ਵਾਹਿਗੁਰੂ ਵਾਹਿਗੁਰੂ। ਕਿਛ ਰੂਪ ਨਹੀਂ, ਕਿਛ ਜਾਤ ਨਾਹੀ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੈ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ। ਜਿਉ ਬੁਲਾਵ ਹੈ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਜਾਗਤ ਜੋਤ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਦੀਨ ਦੁਨੀ ਦੇ ਥੰਮ
ਸੇਵਾ ਤੇ ਸਿਮਰਨ ਦੇ ਮੁਜੱਸਮੇ, ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਨਾਮ ਰੂਪੀ ਅੰਮ੍ਰਿਤ ਜਲ ਨਾਲ ਸ਼ਰਸ਼ਾਰ ਕਰਨ ਵਾਲੇ ਸਤਿਗੁਰੂ, ਅੰਮ੍ਰਿਤ ਬਾਣੀ ਦੇ ਨਾਲ ਜਿਨ੍ਹਾਂ ਦੇ ਹਮੇਸ਼ਾ ਨੇਤਰ ਸੱਜਲ ਰਹਿੰਦੇ ਸਨ, ਗੁਰੂ ਨਾਨਕ ਜੋਤ ਦੇ ਚੌਥੇ ਵਾਰਿਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਰਾਗ ਸੋਰਠ ਕੀ ਵਾਰ, ਜਿਸ ਵਿੱਚ 29 ਪੌੜੀਆਂ ਨੇ, ਇਹ 26ਵੀਂ ਪੌੜੀ ਹੈ। ਹਰ ਪੌੜੀ ਤੋਂ ਪਹਿਲਾਂ 2 ਸ਼ਲੋਕ ਨੇ। ਸ਼ਲੋਕਾਂ ਦੀ ਗਿਣਤੀ 58 ਹੈ, ਜਿਸ ਵਿੱਚ 48 ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। 2 ਸ਼ਲੋਕ ਜਗਤ ਗੁਰੂ ਨਾਨਕ ਸਾਹਿਬ ਜੀ ਦੇ, 1 ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਤੇ 7 ਸ਼ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਹਨ। ਪੌੜੀਆਂ ਸਾਰੀਆਂ ਹੀ ਗੁਰੂ ਰਾਮਦਾਸ ਮਹਾਰਾਜ ਦੀਆਂ ਹਨ, ਇਸ ਕਰਕੇ ਇਹ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹ ਪਾਵਨ ਗੁਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 652 ਅਤੇ 653 ਤੇ ਸ਼ੋਭਨੀਕ ਹੈ। ਵਾਰਾਂ ਦਾ ਮੂਲ ਸਰੂਪ ਪੌੜੀਆਂ ਨੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਹਨ, ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਦੀ ਵਾਰ ਕੇਵਲ ਪੌੜੀਆਂ ਹਨ, ਬਸੰਤ ਕੀ ਵਾਰ ਵੀ ਕੇਵਲ ਪੌੜੀਆਂ ਨੇ। ਸੋ ਜਿਸ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਵਾਰ, ਉਸੇ ਹੀ ਸਤਿਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਵਾਰ ਵਿੱਚ ਸ਼ੋਭਨੀਕ ਨੇ। ਜਿੱਥੇ ਕਿਤੇ ਵਿਆਖਿਆ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਪੌੜੀ ਅੰਕਿਤ ਕੀਤੀ ਹੈ, ਉੱਥੇ ਪੌੜੀ ਮਹੱਲਾ 5ਵਾਂ ਜਾਂ ਪੌੜੀ 9ਵੀਂ ਜਾਂ ਪੌੜੀ 5ਵਾਂ ਵੀ ਲਿਖਿਆ ਹੋਇਆ ਹੈ। ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਪਾਵਨ ਪੌੜੀ ਦੇ ਵਿੱਚ ਸਾਨੂੰ ਭਾਵ ਬਖਸ਼ਿਸ਼ ਕੀਤਾ ਹੈ ਕਿ ਅਸਲ ਵਿੱਚ ਜਿਹੜੇ ਪ੍ਰਭੂ ਨੂੰ ਪਿਆਰੇ ਲੱਗਦੇ ਨੇ, ਜਿਹੜੇ ਮਾਲਕ ਦੇ ਦਰ 'ਤੇ ਕਬੂਲ ਹੋ ਜਾਂਦੇ ਨੇ, ਉਹੀ ਸੰਤ ਜਨ ਨੇ, ਉਹੀ ਸੁਘੜ ਸਿਆਣੇ ਜੀਵ ਹਨ। ਉਹਨਾਂ ਨੂੰ ਸੁਚੱਜੇ ਗਿਆਨਵਾਨ ਕਹਿਣਾ ਚਾਹੀਦਾ ਹੈ। ਤੇ ਬਿਲਕੁਲ ਇਸ ਤੋਂ ਵਿਪਰੀਤ ਜਿਹੜੇ ਮਾਲਕ ਤੋਂ ਟੁੱਟ ਗਏ ਨੇ, ਗੁਰੂ ਤੋਂ ਬੇਮੁਖ ਹਨ, ਐਸੇ ਜੀਵਾਂ ਨੂੰ ਅੰਦਰੋਂ ਕਪਟੀ ਛਲੀਏ ਹੋਣ ਦੇ ਕਾਰਨ ਅਗਿਆਨੀ ਕਿਹਾ ਜਾ ਸਕਦਾ ਹੈ। ਤੇ ਉਹਨਾਂ ਦੀ ਨਾ ਪਰਮੇਸ਼ਰ ਤੇ ਪ੍ਰਤੀਤ ਹੈ, ਨਾ ਉਹਨਾਂ ਨੂੰ ਗੁਰੂ ਤੇ ਕੋਈ ਸਿੱਧਕ ਭਰੋਸਾ ਜਾਂ ਵਿਸ਼ਵਾਸ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਰੰਭਕ ਸ਼ਲੋਕ ਦੇ ਵਿੱਚ ਕਿਰਪਾ ਕਰ ਰਹੇ ਨੇ, ਅੰਤਰ ਅਗਿਆਨ ਭਈ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਾਹੀ। ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਅਗਿਆਨਤਾ ਦਾ ਭਾਵ ਹੁੰਦਾ ਹੈ ਅਵਿਦਿਆ, ਹਨੇਰਾ। ਇਸ ਅਗਿਆਨਤਾ ਦੇ ਕਾਰਨ ਉਹਨਾਂ ਦੀ ਮਤ ਜਿਹੜੀ ਹੈ ਉਹ ਹੋਸ਼ੀ ਹੋ ਜਾਂਦੀ ਹੈ। ਮੱਧਮ ਦਾ ਅਰਥ ਹੁੰਦਾ ਜਿਵੇਂ ਦੀਵਾ ਬਲਦਾ ਹੋਵੇ ਤੇ ਉਹ ਬੁਝਣ ਦੇ ਨੇੜੇ ਹੋਵੇ ਤੇ ਬੁਝਣ ਤੋਂ ਪਹਿਲਾਂ ਉਹ ਹੌਲੀ ਹੌਲੀ ਘਟਦਾ ਜਾਂਦਾ, ਜਿਹਨੂੰ ਆਪਾਂ ਕਹਿੰਦੇ ਆ ਕਿ ਉਹਦੀ ਰੋਸ਼ਨੀ ਮੱਧਮ ਹੋ ਰਹੀ ਹੈ। ਭਾਵ ਜਿਹੜਾ ਮਨਮੁਖ ਹੈ ਉਹਦੀ ਮਤ ਹੌਲੀ ਹੌਲੀ ਖਤਮ ਹੁੰਦੀ ਹੈ, ਤੇ ਖਤਮ ਹੋਣ ਤੋਂ ਪਹਿਲਾਂ ਉਹ ਜਦੋਂ ਮੱਧਮ ਹੁੰਦੀ ਹੈ, ਮਲੀਨ ਹੁੰਦੀ ਹੈ, ਹੋਸ਼ੀ ਹੁੰਦੀ ਹੈ। ਤੇ ਸਤਿਗੁਰਾਂ ਨੇ ਨਾਲ ਇਹ ਵੀ ਜ਼ਿਕਰ ਕੀਤਾ, ਸਤਿਗੁਰ ਕੀ ਪ੍ਰਤੀਤ ਨਾਹੀ, ਕਿਉਂਕਿ ਉਹਨਾਂ ਮਨਮੁਖਾਂ ਨੂੰ, ਉਹਨਾਂ ਅਗਿਆਨੀ ਜੀਵਾਂ ਨੂੰ ਸਤਿਗੁਰੂ ਦੇ ਉੱਪਰ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਸਿੱਧਕ ਤੇ ਭਰੋਸਾ ਉਹਨਾਂ ਦਾ ਕਦੇ ਕਾਇਮ ਨਹੀਂ ਰਹਿੰਦਾ। ਤੇ ਜਿਨ੍ਹਾਂ ਦੀ ਸਤਿਗੁਰੂ ਤੇ ਪ੍ਰਤੀਤ ਨਹੀਂ ਹੈ, ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। 100 ਦਾ ਅਰਥ ਹੈ ਸੈਂਕੜੇ, ਗੇੜੇ ਦਾ ਅਰਥ ਹੁੰਦਾ ਗੇੜੇ ਮਾਰਨੇ, ਆਉਣਾ ਤੇ ਜਾਣਾ। ਜਿਹਦੇ ਅੰਦਰ ਸਤਿਗੁਰੂ ਪ੍ਰਤੀ ਸਿੱਧਕ ਭਰੋਸਾ ਨਹੀਂ ਹੈ, ਪਰਮੇਸ਼ਰ ਪ੍ਰਤੀ ਵਿਸ਼ਵਾਸ ਨਹੀਂ ਹੈ,
ਉਹ ਭਾਵੇਂ ਸੈਂਕੜੇ ਵਾਰ ਆਵੇ ਜਾਵੇ, 100 ਵਾਰ ਗੇੜਾ ਲਾਵੇ ਗੁਰੂ ਦਰ ਤੇ ਗੁਰੂ ਕੀ ਸੰਗਤ ਵਿੱਚ, ਜਦੋਂ ਤੱਕ ਉਹਦਾ ਵਿਸ਼ਵਾਸ ਉਹਦੀ ਪ੍ਰਤੀਤ ਨਹੀਂ ਬਣਦੀ, ਸਾਹਿਬ ਕਹਿੰਦੇ ਉਹਨੂੰ ਆਤਮਿਕ ਸੁੱਖ ਜਿਹੜੇ ਨੇ ਉਹ ਪ੍ਰਾਪਤ ਨਹੀਂ ਹੋ ਸਕਦੇ। ਤੇ ਜਿਨ੍ਹਾਂ ਦੇ ਅੰਦਰ ਪ੍ਰਤੀਤ ਹੈ, ਜਿਨ੍ਹਾਂ ਦਾ ਸਿਦਕ ਤੇ ਭਰੋਸਾ ਹੈ ਮਾਲਕ ਤੇ, ਉਹਨਾਂ ਬਾਰੇ ਫਿਰ ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਜਾਂਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤੇ ਲੋਏ, ਜਾਂਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਕੀ ਰਹਿਤ, ਹਿਰਦੈ ਸੱਚ ਸਤਮੁਖ ਕਹਿਤ। ਉਹ ਆਪਣੀ ਰਸਨਾ ਤੋਂ ਵੀ ਸੱਚੇ ਪ੍ਰਭੂ ਨੂੰ ਜਪਦੇ ਨੇ ਤੇ ਹਿਰਦੇ ਵਿੱਚ ਵੀ ਉਹਨਾਂ ਦੇ ਅੰਦਰ ਵੀ ਸੱਚਾ ਪ੍ਰਭੂ ਹੀ ਵਸਿਆ ਹੁੰਦਾ ਹੈ। ਪਰ ਜਿਨ੍ਹਾਂ ਦੀ ਰਸਨਾ ਤੋਂ ਸਾਨੂੰ ਇੰਜ ਲੱਗੇ ਵੀ ਜਿਵੇਂ ਇਹ ਸੱਚੇ ਪ੍ਰਭੂ ਦਾ ਨਾਮ ਜਪ ਰਹੇ ਨੇ, ਪਰ ਹਿਰਦੇ ਵਿੱਚ ਹੋਵੇ ਵੀ ਫਲਾਣੇ ਥਾਂ ਤੇ ਕੋਈ ਧਾਗਾ ਮਿਲਦਾ ਹੈ, ਕੋਈ ਤੰਤਰ ਮੰਤਰ ਮਿਲਦਾ ਹੈ, ਫਲਾਣੀ ਜਗ੍ਹਾ ਤੇ ਮੱਥਾ ਟੇਕਿਆ ਆਹ ਕੁਝ ਮਿਲਦਾ ਹੈ, ਉਹ ਬੰਦਾ ਬਾਹਰੋਂ ਤਾਂ ਪਰਮੇਸ਼ਰ ਨੂੰ ਜਪਣ ਵਾਲਾ ਹੋਵੇ ਤੇ ਅੰਦਰੋਂ ਕਿਸੇ ਹੋਰ ਤੇ ਭਰੋਸਾ ਰੱਖਦਾ ਹੋਵੇ। ਜਿਵੇਂ ਭਾਈ ਮੰਝ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸਨ ਕਿ ਭਾਈ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਭਾਵ ਜੇ ਤੇਰੇ ਅੰਦਰ ਸਖੀ ਸਰਵਰ ਦੀ ਸਿੱਖਿਆ ਹੈ ਤੇ ਗੁਰੂ ਦੀ ਸਿੱਖਿਆ ਤੇਰੇ ਅੰਦਰ ਨਹੀਂ ਟਿਕੇਗੀ। ਇਸ ਕਰਕੇ ਸਭ ਤੋਂ ਪਹਿਲਾਂ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ, ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ। ਆਪਣੇ ਜੀਵਨ ਵਿੱਚੋਂ ਮਨ ਦੀ ਮਤ ਦਾ ਤਿਆਗ ਕਰੋ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ। ਗੁਰੂ ਦੀ ਮਤ ਸ੍ਰੇਸ਼ਟ ਹੈ, ਉਜਲੀ ਹੈ, ਤੇ ਜਿਹੜੀ ਮਨ ਦੀ ਮਤ ਹੈ ਉਹ ਹੋਸ਼ੀ ਹੈ, ਉਹ ਕਪਟ ਭਰੀ ਹੈ। ਮਨੁੱਖ ਉਸ ਮਤ ਦਾ ਧਾਰਨੀ ਹੋ ਕੇ ਛਲੀਆ ਬਣ ਜਾਂਦਾ ਹੈ। ਜਿਵੇਂ ਪ੍ਰਭੂ ਭਗਤਾਂ ਨੇ ਵੀ ਅਰਦਾਸ ਕੀਤੀ ਹੈ, ਮਾਧੋ ਅਵਿਦਿਆ ਹਿਤ ਕੀਨ। ਅਵਿਦਿਆ ਦਾ ਅਰਥ ਹੈ ਅਗਿਆਨਤਾ। ਹੇ ਮਾਧੋ, ਹੇ ਪ੍ਰਭੂ, ਸਾਡੀ ਜੀਵਾਂ ਦੀ ਇਹ ਹਾਲਤ ਹੈ ਕਿ ਅਸੀਂ ਤੇਰੇ ਨਾਲ ਹਿੱਤ ਕਰਨਾ ਸੀ, ਤੇਰੇ ਨਾਲ ਪਿਆਰ ਭਰੀ ਭਗਤੀ ਤੇਰੀ ਕਰਨੀ ਸੀ, ਪਰ ਸਾਡਾ ਹਿੱਤ ਜਿਹੜਾ ਉਹ ਅਗਿਆਨਤਾ ਨਾਲ, ਅਵਿਦਿਆ ਨਾਲ, ਹਨੇਰੇ ਨਾਲ ਜੁੜ ਗਿਆ। ਅੱਜ ਵੀ ਵੇਖੋ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਸਤਿਗੁਰ ਸ਼ਬਦ ਉਜਾਰੋ ਦੀਪਾ। ਪਰ ਜਦੋਂ ਅਸੀਂ ਬਾਣੀ ਦਾ ਗਿਆਨ ਛੱਡ ਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਅਗਿਆਨਤਾ ਦੇ ਹਨੇਰੇ ਵਿੱਚ ਤੁਰਨ ਦਾ ਯਤਨ ਕਰਦੇ ਹਾਂ ਤੇ ਠੇਡੇ ਲੱਗਦੇ ਨੇ, ਟੱਕਰਾਂ ਵੱਜਦੀਆਂ ਨੇ, ਥਾਂ ਥਾਂ ਤੇ ਭਟਕਣਾ ਜਿਹੜੀ ਹੈ ਉਹ ਕਾਇਮ ਰਹਿੰਦੀ ਹੈ। ਤੇ ਜਦੋਂ ਤੱਕ ਅਸੀਂ ਗੁਰੂ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਵੇਸ਼ ਨਹੀਂ ਕਰਾਵਾਂਗੇ, ਉਦੋਂ ਤੱਕ ਇਹ ਅਗਿਆਨਤਾ ਦਾ ਹਨੇਰਾ ਕਦੇ ਸਾਡੀ ਭਟਕਣਾ ਖਤਮ ਨਹੀਂ ਹੋਣ ਦੇਵੇਗਾ। ਔਰ ਸਤਿਗੁਰਾਂ ਨੇ ਜ਼ਿਕਰ ਵੀ ਕੀਤਾ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਾ ਰਤਨ ਪਦਾਰਥ ਲਾਧਾ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਅਸੀਂ ਜੀਵਾਂ ਨੇ, ਜਾਂ ਸਾਡੀ ਗੱਲ ਭਗਤ ਜੀ ਕਰ ਰਹੇ ਨੇ ਕਿ ਜਦੋਂ ਅਗਿਆਨਤਾ ਨਾਲ, ਅਵਿਦਿਆ ਨਾਲ ਅਸੀਂ ਹਿੱਤ ਭਾਵ ਪ੍ਰੇਮ ਕਰਦੇ ਹਾਂ, ਆਪਣਾ ਸੰਬੰਧ ਅਗਿਆਨਤਾ ਨਾਲ ਜੋੜ ਲੈਂਦੇ ਹਾਂ। ਜਦੋਂ ਸਾਨੂੰ ਗਿਆਨ ਰੂਪੀ ਚਾਨਣ ਚੰਗਾ ਨਹੀਂ ਲੱਗਦਾ, ਅਸੀਂ ਅਗਿਆਨਤਾ ਨਾਲ ਪ੍ਰੀਤ ਪਾਉਂਦੇ ਹਾਂ। ਅਵਿਦਿਆ ਹਿਤ ਕੀਨ ਤੇ ਫਿਰ ਹੁੰਦਾ ਕੀ ਹੈ? ਵਿਵੇਕ ਦੀਪ ਮਲੀਨ। ਜਿਹੜਾ ਸਾਡਾ ਗਿਆਨ ਦੀਪਕ ਹੈ, ਵਿਵੇਕ ਦੀਪਕ ਹੈ, ਉਹ ਮਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ। ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭਰਮ ਚੂਕਈ ਮੈਂ ਸੁਮਤ ਦਿਓ ਸਮਝਾਏ। ਕਿਰਪਾ ਕਰੋ, ਸਾਨੂੰ ਉਹ ਮਤ ਦਿਓ ਜਿਹੜੀ ਗਿਆਨ ਨਾਲ ਸ਼ਰਸ਼ਾਰ ਹੋਵੇ ਤੇ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਵਹਿਮਾਂ ਭਰਮਾਂ ਨੂੰ ਖਤਮ ਕਰਕੇ ਇਹ ਮਾਲਕ ਤੇਰੀ ਅਰਾਧਨਾ ਦੇ ਵਿੱਚ ਜੁੜ ਸਕੀਏ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਕਹਿਣ ਲੱਗੇ, ਲੋਕੀ ਭਾਵੇਂ ਮੇਰੀ ਕਿਰਤ ਵੇਖ ਕੇ ਮੈਨੂੰ ਜੁਲਾਹਾ ਕਹਿੰਦੇ ਨੇ, ਪਰ ਮੈਨੂੰ ਪਰਮੇਸ਼ਰ ਦੇ ਸਿਮਰਨ ਵਾਲੀ ਮੱਤ ਮਿਲ ਗਈ ਹੈ ਨਾ, ਇਸ ਕਰਕੇ ਮੈਂ ਜੁਲਾਹਿਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਵੀ ਬੜਾ ਮੱਤ ਦਾ ਧੀਰਜਵਾਨ ਸਿਆਣਾ ਬਣ ਗਿਆ। ਤੇ ਜਿਹੜੇ ਲੋਕ ਉੱਚੀ ਜਾਤ ਨਾਲ ਸੰਬੰਧ ਰੱਖਣ ਵਾਲੇ ਨੇ ਤੇ ਪਏ ਹੋਏ ਨੇ ਵਹਿਮਾਂ ਭਰਮਾਂ ਵਿੱਚ, ਕਰਦੇ ਨੇ ਪਖੰਡ, ਰੱਬ ਨਾਲੋਂ ਟੁੱਟ ਕੇ ਪੂਜਦੇ ਨੇ ਛੋਟੀਆਂ ਸ਼ਕਤੀਆਂ ਨੂੰ, ਉਹ ਹੋਸ਼ੀ ਮਤ ਵਾਲੇ ਨੇ। ਉਹਨਾਂ ਦੇ ਬਚਨ ਨੇ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਕਹਿੰਦੇ ਮੈਂ
ਜਾਤ ਕਰਕੇ ਜੁਲਾਹਾ ਹਾਂ, ਪਰ ਮਤ ਦਾ ਬੜਾ ਧੀਰਜਵਾਨ ਤੇ ਸਿਆਣਾ ਬਣ ਗਿਆ ਹਾਂ। ਤੇ ਅਰਦਾਸ ਵੀ ਇਹ ਕਰਨੀ ਚਾਹੀਦੀ ਹੈ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾਂ। ਹੇ ਪ੍ਰਭੂ, ਸਾਨੂੰ ਉਹ ਮਤ ਦੇ, ਉਹ ਅਕਲ ਦੇ ਜਿਹਦੇ ਨਾਲ ਅਸੀਂ ਤੇਰੀ ਅਰਾਧਨਾ ਕਰ ਸਕੀਏ। ਸਾਨੂੰ ਉਹ ਅਕਲ ਨਹੀਂ ਚਾਹੀਦੀ ਜਿਹੜੀ ਅਗਿਆਨਤਾ ਵਾਲੇ ਪਾਸੇ ਲੈ ਕੇ ਜਾਵੇ, ਕਿਉਂਕਿ ਅਗਿਆਨਤਾ ਦੇ ਕਾਰਨ ਜਿਹੜੀ ਅਕਲ ਹੈ, ਜਿਹੜੀ ਮਤ ਹੈ, ਉਹ ਮੱਧਮ ਹੋ ਜਾਂਦੀ ਹੈ, ਹੋਸ਼ੀ ਬਣ ਜਾਂਦੀ ਹੈ। ਸਾਡੀ ਜ਼ਿੰਦਗੀ ਵਿੱਚ ਜਦੋਂ ਵੀ ਅਗਿਆਨਤਾ ਆਵੇਗੀ, ਅਗਿਆਨਤਾ ਦੇ ਕਾਰਨ ਸਭ ਤੋਂ ਪਹਿਲਾਂ ਮਨੁੱਖੀ ਮਤ 'ਤੇ ਅਸਰ ਹੁੰਦਾ ਹੈ, ਤੇ ਫਿਰ ਮਨੁੱਖ ਦੀ ਜਿਹੜੀ ਪ੍ਰਤੀਤ ਹੈ, ਵਿਸ਼ਵਾਸ ਹੈ, ਉਹ ਪ੍ਰਭੂ ਅਤੇ ਸਤਿਗੁਰੂ 'ਤੇ ਬਣਦਾ ਨਹੀਂ। ਇਸ ਲਈ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਇਹ ਪਾਵਨ ਸ਼ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਇਹ ਭਾਈ, ਜਦੋਂ ਅੰਦਰ ਅਗਿਆਨਤਾ ਹੈ ਤੇ ਅਗਿਆਨਤਾ ਦੇ ਕਾਰਨ ਮਤ ਜਿਹੜੀ ਹੋਸ਼ੀ ਬਣ ਗਈ, ਮੱਧਮ ਹੋ ਗਈ ਬੁੱਧੀ ਮਨੁੱਖ ਦੀ, ਤੇ ਫਿਰ ਸਤਿਗੁਰ ਕੀ ਪ੍ਰਤੀਤ ਨਾਹੀ, ਇਹਦਾ ਸਿਦਕ ਭਰੋਸਾ ਆਪਣੇ ਗੁਰੂ ਤੇ ਨਹੀਂ ਬਣਦਾ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਰੱਬ ਨਾਲੋਂ ਟੁੱਟ ਕੇ ਗੁਰੂ ਨਾਲੋਂ ਮੁਖ ਮੋੜ ਕੇ ਫਿਰ ਅੰਦਰ ਕਪਟ ਭਾਵ ਅੰਦਰ ਛਲ ਪੈਦਾ ਹੋ ਜਾਂਦਾ ਹੈ, ਤੇ ਇਹਨੂੰ ਇੰਜ ਲੱਗਦਾ ਹੈ ਵੀ ਜਿਵੇਂ ਸਾਰੇ ਪਾਸੇ ਛਲ ਹੀ ਹੈ, ਧੋਖਾ ਹੀ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਕਹਿੰਦੇ ਕੋਈ ਮਨੁੱਖ ਘਰ ਪਰਿਵਾਰ ਨਾਲ ਲੜ ਝਗੜ ਕੇ ਘਰੋਂ ਦੌੜ ਗਿਆ, ਕਹਿੰਦਾ ਵੀ ਚਲੋ ਕਿਸੇ ਦਰਖਤ ਥੱਲੇ ਜਾ ਕੇ ਬੈਠਦੇ ਹਾਂ। ਜਦੋਂ ਦਰਖਤ ਥੱਲੇ ਬੈਠਾ ਤੇ ਥੋੜੀ ਥੋੜੀ ਹਵਾ ਚੱਲੀ ਤੇ ਦਰਖਤ ਦੇ ਪੱਤੇ ਆਪਸ ਵਿੱਚ ਟਕਰਾਉਣ ਲੱਗੇ, ਖੜਕਣ ਲੱਗੇ। ਕਹਿੰਦਾ ਮਨਾ, ਘਰ ਛੱਡ ਕੇ ਇੱਥੇ ਆ ਗਿਆ, ਇੱਥੇ ਦਰਖਤ ਦੇ ਪੱਤੇ ਲੜਦੇ ਪਏ ਨੇ। ਭਾਵ ਕਿ ਕਈ ਵਾਰ ਮਨੁੱਖ ਅੰਦਰ ਦੀ ਸ਼ਾਂਤੀ ਲਈ ਨਾਂ ਬਦਲਦਾ, ਥਾਂ ਬਦਲਦਾ, ਪਰ ਸਾਹਿਬ ਕਹਿੰਦੇ ਜੇ ਤੂੰ ਅੰਦਰ ਨੂੰ ਬਦਲ ਲਵੇਂ ਤੇ ਗੱਲ ਤੇ ਫਿਰ ਬਣਨੀ ਹੈ। ਨਹੀਂ ਤੇ ਜਿੱਥੇ ਵੀ ਜਾਵੇਂਗਾ ਤੈਨੂੰ ਇੰਜ ਲੱਗੇਗਾ ਵੀ ਜੋ ਕੁਝ ਮੇਰੇ ਅੰਦਰ ਹੈ ਉਹ ਮੈਂ ਨਾਲ ਹੀ ਲੈ ਕੇ ਚੱਲਿਆ। ਭਾਵ ਜਿੱਥੇ ਵੀ ਜਾਵੇਂਗਾ ਤੈਨੂੰ ਇੰਜ ਹੀ ਲੱਗੇਗਾ ਵੀ ਜਿਹੋ ਜੀ ਤੇਰੇ ਅੰਦਰ ਦੀ ਬਿਰਤੀ ਹੈ, ਬਾਹਰੋਂ ਵੀ ਤੈਨੂੰ ਉਹੋ ਜਿਹਾ ਦਿਖਾਈ ਦੇਵੇਗਾ। ਜਿਵੇਂ ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਭਲਾ ਨਾ ਦੇਖੈ। ਦੁਰਯੋਧਨ ਬੁਰਾ ਸੀ, ਉਹਦਾ ਅਰਥ ਹੀ ਵੇਖੋ, ਜੇ ਆਪਾਂ ਨਾਮ ਦੇ ਅਰਥ ਕਰਨੇ ਹੋਣ, ਦੁਰਯੋਧਨ ਵੀ ਯੋਧਾ ਤੇ ਸੀ ਪਰ ਚੰਗਾ ਯੋਧਾ ਨਹੀਂ। ਦੁਰ ਦਾ ਅਰਥ ਹੁੰਦਾ ਭੈੜਾ ਯੋਧਾ। ਜਿਵੇਂ ਦੁਰਮਤ ਵੀ ਮਤ ਤੇ ਹੈ ਪਰ ਚੰਗੀ ਮਤ ਨਹੀਂ, ਭੈੜੀ ਮਤ। ਇਸੇ ਤਰ੍ਹਾਂ ਦੁਰਯੋਧਨ ਜਿਹੜਾ ਯੋਧਾ ਤੇ ਸੀ, ਯੋਧੇ ਦਾ ਕੰਮ ਤੇ ਹੁੰਦਾ ਵੀ ਕਿਸੇ ਨੂੰ ਜਦੋਂ ਕੋਈ ਬੇਪਰਦ ਹੋਣ ਲੱਗੇ ਤੇ ਉਹਦੇ ਤੇ ਪਰਦਾ ਪਾਉਣਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਯੋਧੇ ਨੇ ਨਾ, ਜਦੋਂ ਔਰੰਗਜ਼ੇਬ ਹਿੰਦੂ ਕੌਮ ਨੂੰ ਨੰਗਿਆਂ ਕਰਨ ਲੱਗਾ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦੀ ਚਾਦਰ ਪਾ ਕੇ ਉਹਨਾਂ ਦਾ ਪਰਦਾ ਕੱਜ ਲਿਆ। ਇਹ ਆ ਅਸਲ ਯੋਧੇ। ਤੇ ਉਹ ਦੁਰਯੋਧਨ ਭੈੜਾ ਯੋਧਾ ਜਿਹੜਾ ਦ੍ਰੋਪਦੀ ਦਾ ਚੀਰ ਹਰਨ ਕਰਦਾ ਹੈ ਦੁਸ਼ਾਸਨ ਦੀ ਸਭਾ ਦੇ ਵਿੱਚ। ਹੁਣ ਉਹਨੂੰ ਭੇਜਿਆ ਵੀ ਜਾ ਕੋਈ ਚੰਗਾ ਬੰਦਾ ਲੱਭ ਕੇ ਲਿਆ, ਤੇ ਉਹ ਆਪ ਚੰਗਾ ਨਹੀਂ ਸੀ ਨਾ। ਉਹ ਕਹਿਣ ਲੱਗਾ ਵੀ ਸੰਸਾਰ ਵਿੱਚ ਕੋਈ ਵੀ ਚੰਗਾ ਨਹੀਂ। ਤੇ ਯੁਧਿਸ਼ਟਰ ਨੂੰ ਭੇਜਿਆ ਵੀ ਤੂੰ ਕੋਈ ਬੁਰਾ ਬੰਦਾ ਲੱਭ ਕੇ ਲਿਆ, ਤੇ ਉਹਦੀ ਆਪਣੀ ਬਿਰਤੀ ਚੰਗੀ ਸੀ, ਕਹਿਣ ਲੱਗਾ ਵੀ ਕੋਈ ਵੀ ਬੁਰਾ ਨਹੀਂ ਹੈ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਭਲਾ ਨਾ ਦੇਖੈ। ਹੁਣ ਜਦੋਂ ਇਸ ਤਰ੍ਹਾਂ ਦੀ ਅੰਦਰ ਬਿਰਤੀ ਬਣ ਜਾਂਦੀ, ਫਿਰ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਫਿਰ ਤਾਂ ਇੰਜ ਲੱਗਦਾ ਵੀ ਸਾਰਾ ਸੰਸਾਰ ਭਲਾ ਹੈ। ਤੇ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ ਵੀ ਜਿਨ੍ਹਾਂ ਦੇ ਅੰਦਰ ਕਪਟ ਹੈ, ਛਲ ਹੈ, ਉਹ ਸਾਰਾ ਕੁਝ ਕਪਟ ਛਲ ਹੀ ਸਮਝਦੇ ਨੇ, ਧੋਖਾ ਹੀ ਸਮਝਦੇ ਨੇ। ਤੇ ਫਿਰ ਇਸ ਛਲ ਕਪਟ ਦੇ ਕਾਰਨ, ਧੋਖੇ ਦੇ ਕਾਰਨ ਆਪ ਵੀ ਅੰਦਰੋਂ ਖੱਪ ਖੱਪ ਕੇ ਦੁਖੀ ਹੁੰਦੇ ਨੇ, ਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ, ਦੂਜਿਆਂ ਨੂੰ ਵੀ ਖਪਾਉਂਦੇ ਨੇ। ਜਿਹੜੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬਚਨ ਕਹੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਉਹਦੇ ਵਿੱਚ ਜ਼ਿਕਰ ਹੈ, ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਉਹ ਖੱਪ ਖੱਪ ਮੋਏ ਕਰਾਂਝਾ। ਸਰੀਰਕ ਤੌਰ ਤੇ ਉਹ ਜਿਉਂਦੇ ਨੇ, ਪਰ ਅੰਦਰ ਕਪਟ ਹੋਣ ਦੇ ਕਾਰਨ ਖੱਪ ਖੱਪ ਕੇ ਆਤਮਕ ਮੌਤੇ
ਕਰੁੱਜ ਕਰੁੱਜ ਕੇ ਭਾਵ ਅੰਦਰੋਂ ਦੁਖੀ ਹੋ ਕੇ ਫਿਰ ਉਹ ਆਤਮਕ ਮੌਤੇ ਮਰਦੇ ਨੇ ਤੇ ਆਪ ਵੀ ਦੁਖੀ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਹੁਣ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਇਹ ਛਲ ਰਹਿਤ ਜੀਵਨ ਹੈ, ਤੇ ਜਦੋਂ ਕੋਈ ਮਨੁੱਖ ਪਰਮੇਸ਼ਰ ਤੋਂ ਟੁੱਟ ਕੇ ਕਿਸੇ ਹੋਰ ਦੀ ਭਗਤੀ ਵਿੱਚ ਜੁੜ ਜਾਂਦਾ, ਸਾਹਿਬ ਕਹਿੰਦੇ ਇਹ ਪਖੰਡ, ਇਹ ਕਪਟ ਹੈ। ਇਸੇ ਲਈ ਭਗਤਾਂ ਕਿਹਾ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ। ਹੇ ਪਖੰਡੀ ਮਨ, ਕਾਹਦੇ ਲਈ ਕਪਟ ਕਰਦਾ? ਤੈਨੂੰ ਪਤਾ ਤੇ ਹੈ ਵੀ ਸਭ ਤੋਂ ਸਰਬ ਸ਼ਕਤੀਮਾਨ ਪਰਮੇਸ਼ਰ ਹੈ, ਬਾਕੀ ਤੇ ਸਭ ਛੋਟੀਆਂ ਸ਼ਕਤੀਆਂ ਨੇ, ਤੇ ਤੂੰ ਕਪਟ ਹਿਰਦੇ ਵਿੱਚ ਲੈ ਕੇ ਉਸ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਪੂਜਾ ਕਰਨ ਦੀ ਬਜਾਏ ਛੋਟੀਆਂ ਸ਼ਕਤੀਆਂ ਦੀ ਪੂਜਾ ਵਿੱਚ ਉਲਝ ਕੇ ਰਹਿ ਗਿਆ। ਇਹ ਕਪਟ ਹੈ। ਬਾਹਰੋਂ ਭੇਖ ਹੈ ਸੰਤਾਂ ਵਾਲਾ ਤੇ ਹਿਰਦੇ ਵਿੱਚ ਸੰਤਤਾਈ ਨਹੀਂ। ਹਿਰਦੈ ਜਿਨ ਕੈ ਕਪਟ ਹੈ ਬਾਹਰੋਂ ਸੰਤ ਕਹਾਹੇ, ਤ੍ਰਿਸ਼ਨਾ ਮੂਲ ਨਾ ਚੁੱਕੀ ਅੰਤ ਗਏ ਪਛਤਾਏ। ਸਭ ਕਹਿੰਦੇ ਬਾਹਰ ਗਿਆਨ ਵੀ ਹੈ, ਧਿਆਨ ਵੀ ਹੈ ਤੇ ਇਸ਼ਨਾਨ ਵੀ ਹੈ, ਪਰ ਅੰਦਰ ਲੋਭੀ ਕੁੱਤਾ ਬੈਠਾ ਹੋਇਆ। ਤੇ ਫਿਰ ਹੋ ਕੀ ਰਿਹਾ? ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਬਾਹਰ ਪਿੰਡੇ ਤੇ ਸਵਾਹ ਮਿਲੀ ਆ, ਵੀ ਸਵਾਹ ਦਾ ਮਤਲਬ ਜਿਹਦੇ ਵਿੱਚੋਂ ਅੱਗ ਬੁਝ ਗਈ, ਵੀ ਅਸੀਂ ਬਿਲਕੁਲ ਸ਼ਾਂਤ ਹੋ ਗਏ, ਵਿਭੂਤੀ ਮਲ ਲਈ। ਤੇ ਸਾਹਿਬ ਕਹਿੰਦੇ ਜਿਹੜੀ ਅੰਦਰ ਅਗਨ ਬਲ ਰਹੀ ਹੈ, ਹਰਿਦੁਆਰ ਦੀ ਧਰਤੀ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਨਾ ਵੀ ਜਾਓ ਆਓ ਸਾਹਮਣੇ, ਜਿਹਨੇ ਪਿੰਡੇ ਤੇ ਸਵਾਹ ਮਲੀ, ਚੌਂਕੇ ਤੇ ਕਾਰਾਂ ਕੱਢੀਆਂ ਨੇ, ਉੱਥੇ ਬਲਦੀ ਹੋਈ ਅੱਗ ਵਿੱਚੋਂ ਥੋੜ੍ਹੀ ਜਿਹੀ ਅੱਗ ਲੈ ਕੇ ਆਓ, ਭੋਜਨ ਪਕਾ ਲਵਾਂਗੇ, ਸਰਦੀ ਦੂਰ ਹੋ ਜਾਵੇਗੀ। ਤੇ ਜਦੋਂ ਭਾਈ ਮਰਦਾਨਾ ਜੀ ਨੇ ਦੱਸਿਆ ਵੀ ਮੈਂ ਗਰੀਬ ਜਾਤ ਨਾਲ ਸੰਬੰਧਿਤ ਹਾਂ, ਤੇ ਉਹ ਉੱਚ ਜਾਤੀ ਵਾਲਾ ਕਰਮ ਕਾਂਡੀ ਭਾਈ ਮਰਦਾਨਾ ਜੀ ਦੇ ਮਗਰ ਬਲਦਾ ਹੋਇਆ ਚੋ ਲੈ ਕੇ ਭੱਜਿਆ। ਤੇ ਸਤਿਗੁਰੂ ਕਹਿਣ ਲੱਗੇ ਵੀ ਬੜੇ ਪਰਉਪਕਾਰੀ ਮਹਾਤਮਾ ਨੇ, ਅਸੀਂ ਤੇ ਆਪਣਾ ਸੇਵਕ ਭੇਜਿਆ ਸੀ ਤੇ ਖੁਦ ਹੀ ਅੱਗ ਦੇਣ ਆ ਗਿਆ। ਉਹ ਹੋਰ ਸੜ ਬਲ ਕੇ ਅੱਗ ਬਗੂਲਾ ਹੋ ਗਿਆ। ਕਹਿਣ ਲੱਗਾ ਮੈਂ ਅੱਗ ਦੇਣ ਥੋੜ੍ਹਾ ਆਇਆ, ਮੈਂ ਤੇ ਦੱਸਣ ਆਇਆ ਕਿ ਇਸ ਗਰੀਬ ਨੇ, ਇਸ ਸ਼ੂਦਰ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਉਦੋਂ ਸਾਹਿਬ ਨੇ ਫਿਰ ਬਚਨ ਕਹੇ ਸਨ ਵੀ ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ, ਵੀ ਬਾਹਰੋਂ ਤੇ ਤੂੰ ਕਾਰਾਂ ਕੱਢ ਲਈਆਂ ਤੇ ਅੰਦਰ ਭੈੜੀਆਂ ਬਿਰਤੀਆਂ ਚੌਂਕੇ ਦੇ ਅੰਦਰ ਤੇਰੇ ਨਾਲ ਹੀ ਪ੍ਰਵੇਸ਼ ਕਰ ਗਈਆਂ, ਤੇਰਾ ਚੌਂਕਾ ਤੇ ਪਹਿਲਾਂ ਹੀ ਭ੍ਰਿਸ਼ਟ ਹੋਇਆ ਪਿਆ। ਇਸ ਕਰਕੇ ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰ ਕਪਟ ਹੈ, ਅੰਤਰ ਅਗਨ ਬਾਹਰ ਤਨ ਸੁਆਹ, ਅੰਦਰ ਅੱਗ ਬਲ ਰਹੀ ਹੈ ਕ੍ਰੋਧ ਦੀ, ਵਿਕਾਰਾਂ ਦੀ, ਲੋਭ ਲਾਲਚ ਦੀ, ਤ੍ਰਿਸ਼ਨਾ ਦੀ, ਤੇ ਬਾਹਰੋਂ ਬੰਦਾ ਇਹ ਕਹਿ ਰਿਹਾ ਮੈਂ ਪਿੰਡੇ ਤੇ ਸਵਾਹ ਮਲ ਕੇ ਇੱਕ ਮੈਸੇਜ ਕਨਵੇ ਕਰਾਂ ਕਿ ਮੈਂ ਸ਼ਾਂਤ ਹੋ ਗਿਆ। ਸਾਹਿਬ ਕਹਿੰਦੇ ਨਹੀਂ, ਜੇ ਬਾਹਰ ਗਿਆਨ ਧਿਆਨ ਇਸ਼ਨਾਨ ਹੈ, ਅੰਦਰ ਕਪਟ ਹੈ, ਉਹ ਤਾਂ ਇਸ ਤਰ੍ਹਾਂ ਜਿਵੇਂ ਕੋਈ ਪਾਣੀ ਨੂੰ ਮੱਥ ਰਿਹਾ ਹੋਵੇ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਭੀਤਰ ਹੈ ਮਲਨਾ। ਹੁਣ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਸਤਿਗੁਰਾਂ ਸੁਚੇਤ ਕੀਤਾ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਹੜੇ ਅੰਦਰੋਂ ਝੂਠੇ ਤੇ ਬਾਹਰੋਂ ਵਿਖਾਵੇ ਵਾਲੀ ਉਹਨਾਂ ਦੀ ਪੈਜ ਇੱਜ਼ਤ ਹੈ, ਤੇ ਸਾਹਿਬ ਕਹਿੰਦੇ ਉਹ 68 ਤੀਰਥਾਂ ਤੇ ਵੀ ਇਸ਼ਨਾਨ ਕਰ ਲੈਣ, ਪਰ ਉਹਨਾਂ ਦੇ ਅੰਦਰ ਦੀ ਮੈਲ ਇਵੇਂ ਨਹੀਂ ਉਤਰ ਸਕਦੀ, ਕਿਉਂਕਿ ਜਿਹਦੇ ਅੰਦਰ ਕਪਟ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇੰਨੇ ਸਟਿਕਟ ਸਨ। ਵੇਖੋ ਜਿੱਥੇ ਨਿਮਰਤਾ ਇੰਨੀ ਕਿ ਅਰਦਾਸ ਕਰਦੇ ਨੇ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਪਰ ਸਕਾ ਪੁੱਤਰ ਬਾਬਾ ਪ੍ਰਿਥੀ ਚੰਦ ਮੀਣਾ ਹੈ, ਕਪਟੀ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਹਿੰਦੇ ਨੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਜਿਹੜਾ ਤੇਰੇ ਅੰਦਰ ਮੀਣਾਪਣ ਹੈ, ਤੇਰੇ ਅੰਦਰ ਕਪਟ ਹੈ ਨਾ, ਤੂੰ ਆਪ ਵੀ ਖਪਦਾ ਤੇ ਦੂਜਿਆਂ ਨੂੰ ਵੀ ਖਪਾਉਣਾ। ਇਹ ਸਭ ਤੋਂ ਵੱਡਾ ਪਾਪ ਹੈ। ਤੇ ਜੇ ਤੂੰ ਗੁਰੂ ਦਾ ਉਪਦੇਸ਼ ਸੁਣ ਲਵੇਂ ਤੇ ਫਿਰ ਤੇਰੇ ਹਿਰਦੇ ਦਾ ਸੰਤਾਪ ਦੂਰ ਹੋ ਸਕਦਾ। ਤੇ ਜੇ ਕਪਟ ਰੱਖੇਗਾ ਤੇ ਸਾਹਿਬ ਕਹਿੰਦੇ ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਈ। ਫਿਰ ਉਹ ਮਨੁੱਖ ਇਸ ਛਲ ਧੋਖੇ ਦੇ ਕਾਰਨ ਆਪ ਵੀ ਖਪਦਾ ਹੈ ਤੇ ਦੂਜਿਆਂ ਨੂੰ ਵੀ ਖਪਾਉਂਦਾ ਹੈ। ਸਤਿਗੁਰ ਕਾ ਭਾਣਾ ਚਿਤ ਨ ਆਵੈ,
ਆਪਣੇ ਸੁਆਏ ਫੇਰਾਹੀ। ਉਹਦੇ ਚਿੱਤ ਵਿੱਚ ਗੁਰੂ ਦਾ ਜਿਹੜਾ ਭਾਣਾ, ਗੁਰੂ ਦਾ ਹੁਕਮ ਹੈ, ਉਹ ਨਹੀਂ ਵਸਦਾ। ਉਹ ਫਿਰ ਆਪਣੇ ਸਵਾਰਥ, ਆਪਣੀ ਗਰਜ, ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਥਾਂ ਥਾਂ ਤੇ ਭਟਕਦਾ। ਉਹ ਫਿਰ ਕਦੇ ਜਹਾਂਗੀਰ ਕੋਲ ਜਾਂਦਾ, ਕਦੇ ਚੰਦੂ ਕੋਲ ਜਾਂਦਾ, ਕਦੇ ਸੁਲਹੀ ਖਾਂ ਕੋਲ ਜਾਂਦਾ। ਭਾਵ ਉਹਦੇ ਚਿੱਤ ਵਿੱਚ ਗੁਰੂ ਦੀ ਵਿਚਾਰਧਾਰਾ ਨਹੀਂ ਵਸਦੀ। ਉਹਨੂੰ ਉਹ ਕੁਝ ਦਿਸਦਾ ਜਿਹੜਾ ਗੁਰੂ ਤੋਂ ਉਲਟ ਹੋਵੇ। ਭਾਵ ਕਿ ਜਦੋਂ ਹਿਰਦੇ ਵਿੱਚ ਕਪਟ ਹੈ, ਹਿਰਦੇ ਵਿੱਚ ਛਲ ਹੈ, ਹਿਰਦੇ ਵਿੱਚ ਅਗਿਆਨਤਾ ਹੈ, ਤੇ ਮਨੁੱਖ ਫਿਰ ਸੈਲਫਿਸ਼ ਭਾਵ ਸਵਾਰਥੀ ਹੋ ਕੇ ਆਪਣੇ ਮਨ ਦੀ ਮੱਤ ਦੇ ਕਾਰਨ ਥਾਂ ਥਾਂ ਤੇ ਭਟਕਦਾ ਰਹਿੰਦਾ। ਪਰ ਸਤਿਗੁਰੂ ਦਾ ਭਾਣਾ, ਗੁਰੂ ਦਾ ਹੁਕਮ ਜਿਹੜਾ ਹੈ, ਉਹ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਹਾਂ, ਐਸੇ ਜੀਵ ਜੇ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਣ, ਜੇ ਉਹਨਾਂ ਤੇ ਮਾਲਕ ਕਿਰਪਾ ਕਰ ਦਵੇ, ਤੇ ਉਹ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਣ, ਤੇ ਫਿਰ ਗੁਰੂ ਦੇ ਸ਼ਬਦ ਰਾਹੀਂ ਉਹ ਪਰਮਾਤਮਾ ਵਿੱਚ ਸਮਾ ਸਕਦੇ ਨੇ। ਭਾਵ ਕਿ ਪਰਮਾਤਮਾ ਨੇ ਸਰੀਰਕ ਜੀਵਨ ਸਾਰਿਆਂ ਨੂੰ ਦਿੱਤਾ ਹੈ, ਪਰ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਹਾਸਲ ਕਰ ਲੈਂਦੇ ਨੇ, ਉਹ ਫਿਰ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਉਹ ਜੀਵ ਜਦੋਂ ਮਾਲਕ ਦੀ ਕਿਰਪਾ ਦੇ ਪਾਤਰ ਬਣਦੇ ਨੇ, ਤੇ ਫਿਰ ਸਤਿਗੁਰੂ ਉਹਨਾਂ ਤੇ ਮਿਹਰਾਮਤ ਕਰਕੇ ਉਹਨਾਂ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ। ਪਰ ਸ਼ਰਤ ਇਹ ਕਿ ਜੇ ਉਹ ਆਪਣੀ ਮਨਮੁਖਤਾਈ ਛੱਡ ਕੇ, ਅਗਿਆਨਤਾ ਛੱਡ ਕੇ ਗੁਰੂ ਦੀ ਸ਼ਰਨ ਪੈ ਕੇ ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਨ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਫਿਰ ਅਗਿਆਨਤਾ ਦਾ ਹਨੇਰਾ ਜੀਵਨ ਵਿੱਚੋਂ ਦੂਰ ਹੋਵੇਗਾ। ਜਿਵੇਂ ਸੂਰਜ ਚੜ੍ਹ ਜਾਵੇ ਤੇ ਰਾਤ ਦਾ ਹਨੇਰਾ ਖਤਮ ਹੋ ਜਾਂਦਾ ਨਾ। ਉਗਵੈ ਸੂਰ ਨਾ ਜਾਪੈ ਚੰਦ। ਚੰਦ ਜਿਹੜਾ ਹੈ ਇਹ ਰਾਤ ਦਾ ਹੈ, ਤੇ ਸੂਰਜ ਦਿਨ ਦਾ ਹੈ। ਸੂਰਜ ਚੜ੍ਹੇ ਤੇ ਚੰਦਰਮਾ ਦੀ ਕੀ ਵੈਲਿਊ ਹੈ? ਉਗਵੈ ਸੂਰ, ਸੂਰ ਭਾਵ ਉਗਵੈ, ਉਗ ਪਵੇ, ਸੂਰ ਚੜ੍ਹ ਪਵੇ। ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਟੰਤ। ਜਿੱਥੇ ਗਿਆਨ ਦਾ ਸੂਰਜ ਚੜ੍ਹ ਗਿਆ, ਉੱਥੇ ਅਗਿਆਨਤਾ ਦੀ ਰਾਤ, ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇਗਾ। ਇਸ ਕਰਕੇ ਸਾਹਿਬ ਕਿਰਪਾ ਕਰ ਰਹੇ ਹਨ। ਮਹੱਲਾ ਚੌਥਾ। ਮਨਮੁਖ ਮਾਇਆ ਮੋਹਿ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੇ। ਦੂਸਰੇ ਸ਼ਲੋਕ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਵੀ ਇਹ ਮਨਮੁਖ ਜੀਵ ਜਿਹੜੇ ਨੇ ਨਾ, ਇਹ ਮੋਹ ਮਾਇਆ ਦੇ ਵਿੱਚ ਖਚਤ ਨੇ, ਪ੍ਰਭੂ ਨਾਲੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜੇ ਨੇ। ਇਸ ਕਰਕੇ ਇਹਨਾਂ ਦਾ ਮਨ ਜਿਹੜਾ ਹੈ ਉਹ ਥਿਰ ਨਹੀਂ ਰਹਿੰਦਾ, ਟਿਕਦਾ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼ਹਾਦਤ ਦੇਣ ਤੋਂ ਪਹਿਲਾਂ ਭਾਰਤ ਵਿੱਚ ਪ੍ਰਚਾਰਕ ਫੇਰੀ ਉਹਨਾਂ ਨੇ ਸ਼ੁਰੂ ਕੀਤੀ ਆਨੰਦਪੁਰ ਸਾਹਿਬ ਤੋਂ, ਤੇ ਵੱਖ-ਵੱਖ ਥਾਵਾਂ ਤੇ ਤੀਰਥਾਂ ਤੇ ਰਹਿਣ ਵਾਲੇ ਲੋਕਾਂ ਦੇ ਕੋਲ ਗਏ, ਜਿਨ੍ਹਾਂ ਨੇ ਬਾਹਰੋਂ ਭੇਖ ਸਾਧੂਆਂ ਵਾਲਾ ਬਣਾਇਆ ਸੀ, ਪਰ ਮਨ ਨਹੀਂ ਸੀ ਟਿਕਿਆ ਹੋਇਆ। ਤੇ ਉਹਨਾਂ ਨੂੰ ਉਪਦੇਸ਼ ਦਿੱਤਾ। ਸਾਹਿਬ ਕਹਿਣ ਲੱਗੇ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਣਤੇ ਥਿਰ ਨਾ ਰਹਾਈ। ਇਹ ਸਾਧੂ ਜਨੋ, ਇਹ ਮਨ ਪਕੜ ਵਿੱਚ ਨਹੀਂ ਆਉਂਦਾ, ਇਹ ਟਿਕਦਾ ਨਹੀਂ, ਕਿਉਂਕਿ ਚੰਚਲਤਾਈ ਵਾਲੀ ਤ੍ਰਿਸ਼ਨਾ ਦੇ ਇਹ ਨਾਲ ਰਹਿੰਦਾ ਹੈ, ਤੇ ਇਸ ਕਰਕੇ ਇਹਨੂੰ ਟਿਕਾਉਣਾ ਬੜਾ ਮੁਸ਼ਕਿਲ ਹੈ। ਇਹ ਟਿਕੇਗਾ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਜੇ ਤ੍ਰਿਸ਼ਨਾ ਹੈ ਤੇ ਮਨ ਭਟਕੇਗਾ, ਤੇ ਜੇ ਨਾਮ ਧਨ ਦਾ ਖਜ਼ਾਨਾ ਮਿਲ ਗਿਆ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਭਾਵ ਮਨਮੁਖ ਜਿਹੜਾ ਹੈ ਉਹਦਾ ਮਨ ਇਸੇ ਕਰਕੇ ਥਿਰ ਨਹੀਂ ਰਹਿੰਦਾ, ਕਿਉਂਕਿ ਉਹ ਮੋਹ ਮਾਇਆ ਦੇ ਵਿੱਚ ਆਪਣੇ ਮਨ ਨੂੰ ਜੋੜੀ ਰੱਖਦਾ ਹੈ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹਿ ਖਪਾਹੇ। ਉਹ ਹਰ ਰੋਜ਼ ਤ੍ਰਿਸ਼ਨਾ ਦੀ, ਮੋਹ ਮਾਇਆ ਦੀ ਅੱਗ ਵਿੱਚ ਸੜਦਾ ਰਹਿੰਦਾ, ਤੇ ਆਪ ਵੀ ਖਪਦਾ ਤੇ ਦੂਜਿਆਂ ਨੂੰ ਵੀ ਖਪਾਉਂਦਾ ਹੈ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨਾ ਕੋਈ ਜਾਹੇ। ਉਹਨਾਂ ਦੇ ਅੰਦਰ ਲੋਭ ਹੋਣ ਕਰਕੇ ਬਹੁਤ ਵੱਡਾ ਗੁਬਾਰਾ, ਅਗਿਆਨਤਾ ਦਾ ਹਨੇਰਾ ਹੈ, ਤੇ ਐਸੇ ਜੀਵਾਂ ਦੇ ਨੇੜੇ ਫਿਰ ਕੋਈ ਵੀ ਨਹੀਂ ਜਾਂਦਾ। ਕਿਉਂਕਿ ਲੋਭੀ ਕਾ ਵਿਸਾ ਨਾ ਕੀਜੈ, ਜੇਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੋਹੈ, ਜਿੱਥੈ ਹੱਥ ਨਾ ਪਾਏ। ਜਿਹਦੇ ਅੰਦਰ ਲੋਭ ਹੈ
ਉਹਦਾ ਕੋਈ ਵਿਸ਼ਵਾਸ ਨਹੀਂ ਕਰਦਾ ਵੀ ਇਹਨੇ ਕਿੱਥੇ ਧੋਖਾ ਦੇ ਦੇਣਾ। ਇਹੋ ਜੀ ਥਾਂ ਤੇ ਜਿੱਥੇ ਫਿਰ ਬੰਦੇ ਨੂੰ ਕੋਈ ਹੋਰ ਓਟ ਆਸਰਾ ਵੀ ਨਾ ਮਿਲੇ, ਇਹੋ ਜੀ ਥਾਂ ਤੇ ਲੋਭੀ ਬੰਦਾ ਜਿਹੜਾ ਉਹ ਧੋਖਾ ਦਿੰਦਾ। ਇਸੇ ਕਰਕੇ ਲਾਲਚ ਨੂੰ ਬੁਰੀ ਬਲਾ ਵੀ ਕਿਹਾ। ਆਮ ਕਰਕੇ ਲੋਕ ਕਹਿੰਦੇ ਨੇ ਵੀ ਬਲਾਵਾਂ ਤੋਂ ਬਚਣਾ, ਤੇ ਸਾਹਿਬ ਕਹਿੰਦੇ ਫਿਰ ਆ ਜਿਹੜਾ ਲਾਲਚ ਹੈ ਨਾ, ਇਹ ਸਭ ਤੋਂ ਵੱਡੀ ਬਲਾ ਹੈ, ਇਹਦੇ ਤੋਂ ਬਚੋ। ਕਿਉਂਕਿ ਜਦੋਂ ਤੱਕ ਹਿਰਦੇ ਵਿੱਚ ਲੋਭ ਹੈ, ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਿਵੇਂ ਇੱਕ ਲੋਭੀ ਕੁੱਤਾ ਥਾਂ ਥਾਂ ਤੇ ਭਟਕਦਾ ਹੈ। ਉਹੀਓ ਜਦੋਂ ਮਾਲਕ ਦਾ ਵਫਾਦਾਰ ਹੁੰਦਾ ਹੈ, ਪਰ ਲੋਭ ਦੇ ਕਾਰਨ ਮਾਲਕ ਦੇ ਹੀ ਉੱਪਰ ਹਮਲਾ ਕਰ ਦਿੰਦਾ ਹੈ। ਸਾਹਿਬ ਕਹਿੰਦੇ ਇਸੇ ਤਰ੍ਹਾਂ ਲੋਭੀ ਮਨੁੱਖ ਜਿਹੜਾ ਨਾ, ਉਹਦਾ ਕੋਈ ਦੀਨ ਧਰਮ ਨਹੀਂ, ਉਹ ਕਦੇ ਵੀ ਉਹਦੇ ਨੇੜੇ ਕੋਈ ਨਹੀਂ ਜਾਣ ਲਈ ਤਿਆਰ, ਕਿਉਂਕਿ ਉਹ ਕਿਤੇ ਵੀ ਧੋਖਾ ਦੇ ਸਕਦਾ ਹੈ। ਹੋਏ ਆਪ ਦੁਖੀ ਸੁਖ ਕਬਹੁ ਨਾ ਪਾਵਹਿ, ਜਨਮ ਮਰੇ ਮਰ ਜਾਹੇ। ਐਸੇ ਜੀਵ ਆਪ ਵੀ ਦੁਖੀ ਰਹਿੰਦੇ ਨੇ, ਉਹਨਾਂ ਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੁੰਦਾ। ਬਾਰ-ਬਾਰ ਜੰਮਦੇ ਤੇ ਮਰਦੇ ਰਹਿੰਦੇ ਨੇ, ਆਉਂਦੇ ਤੇ ਜਾਂਦੇ ਰਹਿੰਦੇ ਹਨ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਹੇ ਨਾਨਕ, ਜੇ ਗੁਰੂ ਚਰਨਾਂ ਨਾਲ ਐਸੇ ਜੀਵ ਆਪਣਾ ਚਿੱਤ ਜੋੜ ਲੈਣ ਤੇ ਫਿਰ ਉਹ ਸੱਚਾ ਪ੍ਰਭੂ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ, ਭਾਵ ਉਹਨਾਂ ਨੂੰ ਬਖਸ਼ ਲੈਂਦਾ ਹੈ। ਪਰ ਇਹ ਅਧਿਕਾਰ ਗੁਰੂ ਕੋਲ ਹੈ। ਜੇ ਗੁਰੂ ਸਿਫਾਰਿਸ਼ ਕਰੇ ਤੇ ਫਿਰ ਉਹ ਸੱਚਾ ਪ੍ਰਭੂ ਬਖਸ਼ਦਾ ਹੈ, ਕਿਉਂਕਿ ਸਾਰੇ ਜੀਵ ਅਸੀਂ ਪ੍ਰਭੂ ਦੇ ਪੈਦਾ ਕੀਤੇ ਹੋਏ ਹਾਂ। ਪਰ ਸਾਡੇ ਵਿੱਚੋਂ ਜਿਹੜੇ ਗੁਰੂ ਦੀ ਸ਼ਰਨ ਪੈਣਗੇ, ਗੁਰੂ ਦੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਟਿਕਾਉਣਗੇ, ਜਿਹੜੇ ਗੁਰੂ ਕੋਲੋਂ ਆਤਮਿਕ ਜੀਵਨ ਦਾ ਖਜ਼ਾਨਾ ਪ੍ਰਾਪਤ ਕਰਨਗੇ, ਉਹਨਾਂ ਤੇ ਫਿਰ ਮਾਲਕ ਬਖਸ਼ਿਸ਼ ਕਰ ਦਿੰਦਾ ਹੈ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਭਾਇਆ। ਹੁਣ ਪੌੜੀ ਵੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਹੜੇ ਜੀਵ ਪ੍ਰਭੂ ਨੂੰ ਭਾਉਂਦੇ ਨੇ, ਪਿਆਰੇ ਲੱਗਦੇ ਨੇ, ਜਿਹੜੇ ਮਾਲਕ ਦੇ ਦਰ ਤੇ ਕਬੂਲ ਹੋ ਜਾਂਦੇ ਨੇ, ਉਹਨਾਂ ਨੂੰ ਭਾਈ ਸੰਤ ਕਹਿ ਲਵੋ, ਭਗਤ ਕਹਿ ਲਵੋ। ਦੂਸਰੇ ਪਾਸੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਉਹਨਾਂ ਨੂੰ ਤੁਸੀਂ ਦੁਰਜਨ ਕਹਿ ਲਓ, ਮਨਮੁਖ ਕਹਿ ਲਓ, ਬੇਮੁਖ ਕਹਿ ਲਓ, ਸਾਕਤ ਕਹਿ ਲਓ। ਭਾਵ ਐਸੇ ਜੀਵ ਜਿਹੜੇ ਨੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ, ਤੇ ਜਿਹੜੇ ਪ੍ਰਵਾਨ ਨੇ, ਪ੍ਰਵਾਨ ਹੋਇਆ ਮਨੁੱਖ ਹੀ ਸੰਤ ਹੈ, ਭਗਤ ਹੈ, ਬ੍ਰਹਮ ਗਿਆਨੀ ਹੈ, ਉਹੀਓ ਉੱਚੀ ਅਵਸਥਾ ਵਾਲਾ ਹੈ। ਕਹੋ ਨਾਨਕ ਤੇ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਚਲਿਆ ਗਿਆ, ਉਹਦਾ ਸਭ ਕੁਝ ਹੀ ਚੰਗਾ ਹੈ। ਤੇ ਦੂਸਰੇ ਪਾਸੇ ਜਿਹੜਾ ਪ੍ਰਭੂ ਤੋਂ, ਮਾਲਕ ਤੋਂ ਬੇਮੁਖ ਹੋ ਗਿਆ, ਸਾਹਿਬ ਕਹਿੰਦੇ ਉਹ ਜੀਵਨ ਵਿੱਚ ਜਿਹੜੇ ਵੀ ਕਰਮ ਕਰਦਾ ਹੈ ਉਹ ਘਟੀਆ ਨੇ, ਮਾੜੇ ਨੇ। ਪਰ ਜਿਹੜੇ ਪ੍ਰਭੂ ਨੂੰ ਪਿਆਰੇ ਲੱਗਣ ਵਾਲੇ ਜੀਵ ਹਨ, ਐਸੇ ਜੀਵ ਸੰਤ ਭਗਤ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਸੀ ਵਿਚਖਣ ਜੰਤ ਜਿਨੀ ਹਰਿ ਧਿਆਇਆ। ਜਿਨ੍ਹਾਂ ਜੀਵਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ, ਉਹ ਵਿਚਖਣ ਭਾਵ ਸਿਆਣੇ ਨੇ। ਕਈਐ ਸਾ ਸਿਆਣੀ, ਉਹਨੂੰ ਹੀ ਜੀਵ ਇਸਤਰੀ ਸਿਆਣੀ ਮੰਨਿਆ ਜਾ ਸਕਦਾ ਹੈ, ਜਿਹੜੀ ਰੱਬ ਦੇ ਭੈ ਵਿੱਚ ਜੁੜ ਕੇ ਮਾਲਕ ਦੇ ਸੁਹਾਗ ਭਾਗ ਦੀ ਜਿਹਨੇ ਪ੍ਰਾਪਤੀ ਕਰ ਲਈ ਹੈ। ਤੇ ਦੂਸਰੇ ਪਾਸੇ ਸਾਹਿਬ ਕਹਿੰਦੇ ਨੇ, ਇਆਨੜੀਏ ਮਾਨੜਾ ਕਾਏ ਕਰੇ। ਜੇ ਤੂੰ ਰੱਬ ਨੇੜੇ ਹੋਣ ਦੇ ਬਾਵਜੂਦ ਵੀ ਉਹਨੂੰ ਬਾਹਰ ਲੱਭਦਾ ਫਿਰਦਾ, ਤੇ ਇਹ ਤੇਰੀ ਇਆਣੀ ਮਤ ਹੈ, ਇਹ ਕੋਈ ਸਿਆਣਪ ਨਹੀਂ ਹੈ। ਸਿਆਣੀ ਉਹਨੂੰ ਕਿਹਾ ਜਾ ਸਕਦਾ ਹੈ ਜਿਹੜੀ ਜੀਵ ਆਤਮਾ ਪਰਮਾਤਮਾ ਨਾਲ ਜੁੜ ਗਈ ਹੈ। ਉਹ 12 ਸਾਲ ਦਾ ਬਾਲਕ ਵੀ ਬਾਬਾ ਬੁੱਢਾ, ਭਾਵ ਸਿਆਣਪ ਦਾ ਸਿਖਰ। ਬਾਬਾ ਬੁੱਢਾ ਸਾਹਿਬ ਜੀ ਦੀ 12 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਇਹ ਬਾਬਾ ਬੁੱਢਾ ਹੈ। ਤੇ ਅੱਜ 75 ਸਾਲ ਦੇ ਬਜ਼ੁਰਗ ਵੀ ਜੇ ਅਜੇ ਗੁਰੂ ਵਾਲੇ ਨਹੀਂ ਬਣੇ, ਤੇ ਉਹ ਨਿਆਣੇ ਹੀ ਨੇ ਨਾ, ਜਿਹੜੇ ਕਹੀ ਜਾਂਦੇ ਨੇ ਵੀ ਹੋਰ ਪੀ ਲਈਏ, ਹੋਰ ਜੀ ਲਈਏ, ਵੀ ਗਾਂਹ ਜਾ ਕੇ ਹੁਣ ਅੰਮ੍ਰਿਤ ਛਕਾਂਗੇ। ਅਜੇ ਵੀ ਬੁੱਢਾ ਹੋਆ ਸ਼ੇਖ ਫਰੀਦ, ਕੰਮਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪੀ ਤਨ ਹੋਸੀ ਖੇ। ਕਈ ਤੇ ਅਜੇ ਵੀ ਉਹ ਵਸਮਾਂ ਲਗਾ ਕੇ ਕਾਲਾ ਹੀ ਮਤਲਬ ਕਰਨ ਵਿੱਚ ਰੁੱਝੇ ਹੋਏ ਨੇ, ਵੀ ਜਵਾਨ ਹੀ ਲੱਗੀਏ, ਵੀ ਕਿਤੇ ਪਤਾ ਨਾ ਲੱਗੇ ਵੀ ਬਜ਼ੁਰਗ ਹੋ ਗਏ ਆ, ਸਿਆਣਪ ਕਿਤੇ ਨੇੜੇ ਨਾ ਆ ਜਾਵੇ। ਜਿਹੜਾ ਬੰਦਾ ਚਿੱਟਿਆਂ ਨੂੰ ਕਾਲੇ ਕਰਨ ਵਿੱਚ ਲੱਗਾ ਹੋਇਆ, ਉਹਦੇ ਵਿੱਚ ਸਿਆਣਪ ਕਦੋਂ ਆਵੇਗੀ? ਜਦੋਂ ਕਿ ਸਿਆਣਪ ਇਸ ਗੱਲ ਦਾ ਪ੍ਰਤੀਕ ਸੀ ਕਿ ਜੇ ਤੂੰ ਬਾਹਰੋਂ ਚਿੱਟਾ ਹੋ ਗਿਆ ਤੇ ਹੁਣ ਅੰਦਰੋਂ ਵੀ ਚਿੱਟਾ ਹੋ।
ਤੇ ਸਾਹਿਬ ਕਿਰਪਾ ਕਰਦੇ ਨੇ, ਉਹ ਅਸਲ ਵਿੱਚ ਵਿਚਖਣ ਨੇ, ਸਿਆਣੇ ਨੇ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ ਹੈ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਜਿਵੇਂ ਸਰੀਰਕ ਤੌਰ ਤੇ ਸਾਨੂੰ ਜੀਵਨ ਮਿਲੇ, ਆਪਾਂ ਭੋਜਨ ਖਾਂਦੇ ਆ, ਉਹਨੂੰ ਵੀ ਸਤਿਗੁਰੂ ਜੀ ਨੇ ਅੰਮ੍ਰਿਤ ਕਿਹਾ ਨਾ। ਅੰਮ੍ਰਿਤ ਦਾ ਅਰਥ ਹੈ, ਮ੍ਰਿਤ ਕਹਿੰਦੇ ਨੇ ਮੌਤ ਨੂੰ, ਤੇ ਜਦੋਂ ਐੜਾ ਅੱਗੇ ਲੱਗ ਜਾਵੇ ਅੰਮ੍ਰਿਤ, ਭਾਵ ਜਿਹੜਾ ਮ੍ਰਿਤੂ ਤੋਂ ਰਹਿਤ, ਜਿਹੜਾ ਜੀਵਨ ਦਵੇ। ਹੁਣ ਸਰੀਰਕ ਜੀਵਨ ਮਿਲਦਾ 36 ਪ੍ਰਕਾਰ ਦੇ ਭੋਜਨ ਖਾਧਿਆਂ, ਤੇ ਉੱਥੇ ਅੰਮ੍ਰਿਤ ਸ਼ਬਦ ਵਰਤਿਆ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ। ਦੁੱਧ ਪੀਣ ਨਾਲ ਸਰੀਰਕ ਜੀਵਨ ਮਿਲਦਾ, ਤੇ ਸਾਹਿਬ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਤੇ ਦੂਸਰੇ ਪਾਸੇ ਆਤਮਿਕ ਜੀਵਨ ਮਿਲਣਾ ਹੈ ਪਰਮੇਸ਼ਰ ਦੀ ਬੰਦਗੀ ਤੋਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਭਾਵ ਜੇ ਆਤਮਿਕ ਮੌਤ ਤੋਂ ਬਚਣਾ ਚਾਹੁੰਦਾ ਹੈ ਨਾ, ਤੇ ਫਿਰ ਸਾਹਿਬ ਕਹਿੰਦੇ ਆਤਮਿਕ ਤੌਰ ਤੇ ਪਰਮੇਸ਼ਰ ਦੀ ਸਿਫਤ ਸਲਾਹ ਦਾ ਭੋਜਨ ਖਾ। ਉਹਨਾਂ ਪ੍ਰਭੂ ਪਿਆਰਿਆਂ ਨੇ, ਸੰਤ ਜਨਾਂ ਨੇ ਭੋਜਨੰ ਗੋਪਾਲ ਕੀਰਤਨੰ, ਉਹਨਾਂ ਵਾਸਤੇ ਪ੍ਰਭੂ ਦੀ ਕੀਰਤੀ ਹੀ ਆਤਮਿਕ ਭੋਜਨ ਹੈ। ਭਾਵ ਉਹ ਆਪਣੀ ਆਤਮਾ ਨੂੰ ਮਰਨ ਨਹੀਂ ਦਿੰਦੇ, ਜਿਉਂਦੇ ਰੱਖਦੇ ਨੇ। ਜਿਵੇਂ ਸਾਹਿਬ ਕਹਿੰਦੇ ਸਰੀਰਕ ਤੌਰ ਤੇ ਕਿਸੇ ਕੋਲ ਪਹਿਨਣ ਲਈ ਕੱਪੜਾ ਨਾ ਹੋਵੇ, ਤੇ ਅਸੀਂ ਕਹਿੰਦੇ ਵਿਚਾਰਾ ਨੰਗਾ ਹੈ। ਜਿਹਦੇ ਕੋਲ ਖਾਣ ਲਈ ਭੋਜਨ ਨਾ ਹੋਵੇ, ਆਪਾਂ ਕਹਿੰਦੇ ਆ ਵਿਚਾਰਾ ਭੁੱਖਾ ਹੈ। ਜਿਹਦੇ ਕੋਲ ਪੀਣ ਲਈ ਪਾਣੀ ਨਾ ਹੋਵੇ, ਆਪਾਂ ਕਹਿੰਦੇ ਆ ਵਿਚਾਰਾ ਪਿਆਸਾ ਹੈ। ਪਰ ਸਾਹਿਬ ਕਹਿੰਦੇ ਇਹ ਸਭ ਕੁਝ ਹੋਵੇ, ਪਰ ਰੱਬ ਨਾਲ ਲਿਵਨਾ ਨਾ ਜੁੜੀ ਹੋਵੇ। ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਵੀ ਉੱਦਾਂ ਸਾਨੂੰ ਕਹਿੰਦੇ ਹੁਣ ਵੀ ਵੇਖੋ ਜੀ ਸਰਦਾਰ ਸਾਹਿਬ ਆਏ ਨੇ, ਲੋਕ ਕਹਿੰਦੇ ਹੁਣ ਜੀ ਇਹ ਕਰੋੜਾਂਪਤੀ ਹੈ, ਪਰ ਜੇ ਆਤਮਿਕ ਲਿਬਾਸ ਨਹੀਂ ਹੈ, ਆਤਮਿਕ ਭੋਜਨ ਨਹੀਂ ਹੈ, ਤੇ ਉਹ ਵਿਚਾਰਾ ਹੀ ਹੈ। ਜਿਵੇਂ ਕੋਈ ਨੰਗਾ ਹੋਵੇ ਤਾਂ ਆਪਾਂ ਕਹਿੰਦੇ ਵਿਚਾਰੇ ਕੋ ਕੱਪੜਾ ਨਹੀਂ, ਤੇ ਜਿਨ੍ਹੇ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕੀਤੀ, ਉਹਦੀ ਆਤਮਾ ਬਿਲਕੁਲ ਨਿਰਵਸਤਰ ਹੈ, ਉਹ ਵੀ ਵਿਚਾਰੇ ਹੀ ਨੇ। ਭਾਵੇਂ ਉਵੇਂ ਕਰੋੜਾਂਪਤੀ ਹੋਣ, ਲੱਖਾਂਪਤੀ ਹੋਣ, ਉਹ ਆਤਮਿਕ ਤੌਰ ਤੇ ਭੁੱਖੇ ਹੀ ਨੇ। ਉਹਨਾਂ ਨੇ ਕਦੇ ਨਾ ਜਪਜੀ ਸਾਹਿਬ ਭੋਜਨ ਖਾਧਾ, ਨਾ ਸੁਖਮਨੀ ਸਾਹਿਬ ਭੋਜਨ ਭੁੰਚਿਆ, ਨਾ ਕਦੇ ਉਹਨਾਂ ਨੇ ਗੁਰੂ ਕੀ ਬਾਣੀ ਦਾ ਪਾਠ ਕੀਤਾ, ਨਾ ਸਿਮਰਨ ਕੀਤਾ। ਸਾਹਿਬ ਕਹਿੰਦੇ ਆਹ ਭੋਜਨ ਜਿਹੜਾ ਸੀ ਨਾ, ਅਜੇ ਸਰੀਰਕ ਭੋਜਨ ਕਿਤੇ ਤੈਨੂੰ ਦੂਰ ਨੇੜੇ ਜਾਣ ਲੱਗਿਆ ਕੋਈ ਉਹਦੇ ਵਿੱਚ ਬੇਵਕਤੀ ਹੋ ਜਾਵੇ ਤੇ ਕੋਈ ਗੱਲ ਨਹੀਂ, ਪਰ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ। ਜਿਹੜਾ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਆਤਮਿਕ ਭੋਜਨ ਦਿੱਤਾ ਹੈ ਨਾ, ਇਹ ਨਾ ਤਿਆਗੀ। ਵੇਖੀ ਤੇਰੀ ਆਤਮਾ ਭੁੱਖੀ ਨਾ ਰਵੇ, ਤੇਰੀ ਆਤਮਾ ਕਿਤੇ ਮਰ ਨਾ ਜਾਵੇ, ਇਸ ਕਰਕੇ ਤੂੰ ਇਹ ਆਤਮਿਕ ਭੋਜਨ ਖਾਈ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਉਹਨਾਂ ਨੇ ਜਿਹੜਾ ਪਰਮੇਸ਼ਰ ਦਾ ਸਿਫਤ ਸਲਾਹ ਵਾਲਾ ਅੰਮ੍ਰਿਤ ਨਾਮ ਭੋਜਨ ਹੈ, ਉਹ ਆਪਣੀ ਜੀਵਨ ਵਿੱਚ ਉਹਨਾਂ ਨੇ ਖਾਧਾ, ਤੇ ਉਹ ਸੰਤੋਖੀ ਬਣ ਗਏ ਹਨ। ਸੰਤ ਜਨਾਂ ਕੀ ਧੂਰ ਮਸਤਕ ਲਾਇਆ। ਉਹਨਾਂ ਵਾਸਤੇ ਪ੍ਰਭੂ ਪਿਆਰਿਆਂ ਦੀ, ਸੰਤ ਜਨਾਂ ਦੀ ਜਿਹੜੀ ਧੂੜ ਹੈ ਉਹ ਬੜੀ ਪਵਿੱਤਰ ਹੈ, ਉਹ ਆਪਣੇ ਮੱਥੇ ਤੇ ਲਾਉਂਦੇ ਨੇ। ਤੇ ਮੱਥੇ ਦੇ ਲਾਉਣ ਦਾ ਭਾਵ ਇਹ ਨਹੀਂ ਵੀ ਕੋਈ ਤੁਰਿਆ ਜਾਂਦਾ ਹੋਵੇ ਤੇ ਆਪਾਂ ਮਿੱਟੀ ਫੜ ਕੇ ਮੱਥੇ ਨੂੰ ਲਾ ਲਈਏ। ਮੱਥੇ ਦਾ ਭਾਵ ਹੈ ਵੀ ਨਿਮਰਤਾ ਨਾਲ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ। ਜਿਵੇਂ ਦੁਨਿਆਵੀ ਤੌਰ ਤੇ ਸੰਕੇਤ ਨੇ, ਕਿਸੇ ਨੂੰ ਪਲਕਾਂ ਵਿੱਚ ਬਿਠਾਉਣਾ, ਕਿਸੇ ਨੂੰ ਕਹਿਣਾ ਕਿ ਅਸੀਂ ਤੁਹਾਡੇ ਚਰਨਾਂ ਵਿੱਚ ਹੀ ਰਹਿੰਦੇ ਹਾਂ, ਤੇ ਹੁਣ ਚਰਨਾਂ ਵਿੱਚ ਕਿਹੜੀ ਸਰਾਂ ਬਣੀ ਆ ਜਾਂ ਕਮਰਾ ਬਣਿਆ ਵੀ ਚਰਨਾਂ ਵਿੱਚ ਆਪਾਂ ਰਾਤ ਕੱਟੀਏ। ਇਹ ਸਤਿਕਾਰ ਹੈ। ਇਵੇਂ ਪ੍ਰਭੂ ਪਿਆਰਿਆਂ ਦੀ ਧੂੜੀ ਦਾ ਮਤਲਬ ਹੁਣ ਕਈ ਤੇ ਜਿਵੇਂ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਬੰਗਲਾ ਸਾਹਿਬ ਇੱਕ ਦਿਨ ਕਹਿ ਰਹੇ ਸਨ ਵੀ ਕਈ ਜੋੜੇ ਘਰ ਜਾ ਕੇ ਕਹਿਣਗੇ ਵੀ ਸਾਨੂੰ ਇੱਥੋਂ ਚਰਨਾਂ ਦੀ ਧੂੜ ਦਿਓ, ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਜੋੜੇ ਘਰ ਚਰਨ ਤਾਂ ਆਉਂਦੇ ਨਹੀਂ, ਇੱਥੇ ਤੇ ਜੋੜੇ ਆਉਂਦੇ ਨੇ, ਜੋੜਿਆਂ ਦੀ ਧੂੜ ਹੋ ਸਕਦੀ। ਭਾਵ ਕਿ ਕਈ ਵਾਰ ਅਸੀਂ ਅੱਖਰੀ ਅਰਥਾਂ ਦੇ ਨਾਲ ਜੁੜ ਕੇ ਗੁਰਮਤ ਜਿਹੜੀ ਆ ਉਸ ਤੋਂ ਦੂਰ ਹੋ ਜਾਂਦੇ ਹਾਂ। ਸਤਿਗੁਰੂ ਜੀ ਨੇ ਧੂੜੀ ਦਾ ਮਤਲਬ ਸੀ ਵੀ ਆਪਾ ਭਾਵ ਗਵਾ, ਦੂਜਿਆਂ ਦੀ ਧੂੜ ਬਣ ਕੇ ਰਹੋ, ਪਰ ਇਹਦਾ ਮਤਲਬ ਇਹ ਨਹੀਂ ਸੀ ਵੀ ਕਿਸੇ ਤੁਰੇ ਜਾਂਦੇ ਦੇ ਪੈਰ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਉਣੀ ਹੈ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਪ੍ਰਭੂ ਪਿਆਰਿਆਂ ਦੀ ਧੂੜੀ ਭਾਵ ਉਹਨਾਂ ਦੀ ਸੰਗਤ ਵਿੱਚ ਜਦੋਂ ਨਿਮਰਤਾ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੇ ਜੀਵਨ ਵਿੱਚ ਵੀ ਨਿਰਮਾਣਤਾ ਆਉਂਦੀ ਹੈ, ਪਵਿੱਤਰਤਾ ਆਉਂਦੀ ਹੈ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਇਹ ਨਾਨਕ ਕੋ ਪਵਿੱਤਰ ਜੀਵਨ ਵਾਲੇ ਬਣ ਗਏ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੀ ਸਿਫਤ ਸਲਾਹ ਦੇ ਤੀਰਥ ਤੇ ਨਹਾਤਾ ਹੈ। ਭਾਵ
ਜਿਹੜੇ ਸਤ ਸੰਗਤ ਵਿੱਚ ਆ ਕੇ ਸਿਫਤ ਸਲਾਹ ਪਰਮੇਸ਼ਰ ਦਾ ਨਾਮ ਜਲ ਇਸ ਤੀਰਥ ਤੇ ਇਸ਼ਨਾਨ ਕਰਦੇ ਨੇ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸਾਹਿਬ ਕਹਿੰਦੇ ਅੰਤਰ ਲੋਭ, ਜਿਹਦੇ ਅੰਦਰ ਲੋਭ ਦੀ ਵਿਕਾਰਾਂ ਦੀ ਮੈਲ ਹੈ, ਉਹ ਬਾਹਰੋਂ ਭਾਵੇਂ ਕਈ ਤਰ੍ਹਾਂ ਦੀ ਸੁਚਮ ਰੱਖਣ ਪਰ ਉਹ ਕਦੇ ਪਵਿੱਤਰ ਜੀਵਨ ਵਾਲੇ ਨਹੀਂ ਹੁੰਦੇ। ਤੇ ਦੂਸਰੇ ਪਾਸੇ ਜਿਨ੍ਹਾਂ ਨੇ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ, ਉਹਨਾਂ ਦੀ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਬਣ ਜਾਂਦੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਗੁਰ ਸਿੱਖੀ ਦਾ ਨਹਾਵਣਾ ਗੁਰਮਤ ਲੈ ਦੁਰਮਤ ਮਲ ਧੋਏ। ਗੁਰਸਿੱਖੀ ਦਾ ਇਸ਼ਨਾਨ ਹੈ ਗੁਰਮਤ ਦਾ ਜਲ ਲੈ ਕੇ ਆਪਣੇ ਅੰਦਰੋਂ ਭੈੜੀ ਮਤ ਦੁਰਮਤ ਜਿਹੜੀ ਆ ਇਹਦੀ ਮੈਲ ਨੂੰ ਧੋ ਦਿਓ। ਤੇ ਜਿਹੜੇ ਅੰਦਰੋਂ ਨਿਰਮਲ ਹੋ ਗਏ ਤੇ ਸੱਚਮੁੱਚ ਫਿਰ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਉਹ ਫਿਰ ਪੁਨੀਤ ਭਾਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਜਦੋਂ ਹਰ ਤੀਰਥ ਨਹਾਇਆ, ਜਦੋਂ ਹਰੀ ਦੇ ਨਾਮ ਸਿਫਤ ਸਲਾਹ ਵਾਲੇ ਤੀਰਥ ਤੇ ਉਹ ਨਹਾਉਂਦੇ ਨੇ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆ ਤੁਸੀਂ ਬੈਠੇ ਹੋ, ਸ਼ਬਦ ਦੀ ਵਿਚਾਰ ਹੋ ਰਹੀ ਨਾ, ਇਹ ਆਤਮਾ ਨੂੰ ਧੋਣ ਵਾਸਤੇ ਸ਼ਬਦ ਦਾ ਗਿਆਨ ਜਲ ਹੈ। ਤੇ ਜਿਹੜੇ ਅੰਦਰ ਲੈ ਕੇ ਜਾਣਗੇ ਕੰਨਾਂ ਨਾਲ ਸੁਣ ਕੇ, ਉਹ ਅੰਦਰੋਂ ਪਵਿੱਤਰ ਹੋਣਗੇ। ਕਿਉਂਕਿ ਤੀਰਥ ਸ਼ਬਦ ਵਿਚਾਰ, ਆ ਸ਼ਬਦ ਦੀ ਵਿਚਾਰ ਜਿਹੜੀ ਹੋ ਰਹੀ ਹੈ ਇਹ ਤੀਰਥ ਹੈ। ਤੇ ਇਸ ਸ਼ਬਦ ਦੀ ਵਿਚਾਰ ਦੇ ਜਲ ਨੂੰ ਕੰਨਾਂ ਰਾਹੀਂ ਅੰਦਰ ਲੈ ਕੇ ਜਾਈਏ ਤੇ ਫਿਰ ਅੰਦਰ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਂਦੀ ਹੈ। ਸਾਹਿਬ ਕਹਿੰਦੇ ਲੋਕੀ ਤਰਵੈਣੀ ਤੇ ਇਸ਼ਨਾਨ ਕਰਦੇ ਨੇ ਨਾ, ਜਿੱਥੇ ਗੰਗਾ ਜਮਨਾ ਸਰਸਵਤੀ ਆਦਿ ਇਕੱਠੀਆਂ ਹੁੰਦੀਆਂ ਨੇ, ਪਰ ਸਿੱਖ ਨੇ ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ। ਸਿੱਖ ਦੀ ਤਰਵੈਣੀ ਕਿਹੜੀ ਹੈ? ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਲਾਓ। ਪ੍ਰਭੂ ਦੀ ਬਾਣੀ ਨੂੰ ਸੁਣਨਾ, ਮੰਨਣਾ ਤੇ ਪ੍ਰੇਮ ਕਰਨਾ, ਆ ਤਿੰਨ ਨਦੀਆਂ ਜਿੱਥੇ ਇਕੱਠੀਆਂ ਹੋਣਗੀਆਂ, ਆਹ ਤਰਵੈਣੀ ਆ ਜਿਹਨੇ ਸਾਡੀ ਆਤਮਾ ਨੂੰ ਸ਼ੁੱਧ ਕਰਨਾ। ਜਪਜੀ ਸਾਹਿਬ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ। ਆ ਅੰਦਰਗਤ ਅੰਦਰ ਦੇ ਤੀਰਥ ਤੇ ਇਹ ਮਲ ਮਲ ਕੇ ਨਹਾਉਣਾ ਤਾਂ ਕਿ ਸਾਡੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਜਿਹੜੀ ਆ ਉਹ ਲੱਥ ਜੇ। ਤੇ ਉਹ ਮੈਲ ਕਾਹਦੀ ਹੈ? ਜਿਹੜਾ ਕਪਟ ਕਰਦੇ ਆ। ਸ਼ਲੰਗ ਛਿਦਰੰ ਕੋਟ ਬਿਗਨੰ ਅਪਰਾਧੰ ਕਿਲ ਬਿਖ ਮਲੰ ਪਰਮ ਮੋਹੰ ਮਾਨ ਅਪਮਾਨੰ ਮਧਯੰ ਮਾਇਆ ਵਿਆਪਤੰ। ਇਹ 6 ਤਰ੍ਹਾਂ ਦੀ ਜਿਹੜੀ ਮੈਲ ਹੈ ਇਹ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਹੈ। ਤੇ ਇਹ ਉਤਰੇਗੀ ਤਾਂ ਜਦੋਂ ਹਰੀ ਪਰਮੇਸ਼ਰ ਦੇ ਸਿਫਤ ਸਲਾਹ ਦਾ ਜਿਹੜਾ ਜਲ ਹੈ ਉਹ ਸਾਨੂੰ ਪ੍ਰਾਪਤ ਹੋਵੇਗਾ। ਆਓ ਜਿੱਥੇ ਆਪ ਜੀ ਨੇ ਪਾਵਨ ਮੁਖਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ। ਗੂੰਡ ਮਹੱਲਾ ਪੰਜਵਾ, ਕਰ ਕਿਰਪਾ ਸੁਖ ਆਨੰਦ ਕਰੇ। ਗੋਂਡ ਰਾਗ ਦੇ ਵਿੱਚ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿਰਜਣਹਾਰੇ ਬਾਣੀ ਕੇ ਬੋਹਿਤ ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਉਚਾਰਨ ਕੀਤੇ ਹੋਏ ਅਗੰਮੀ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 866 ਤੇ ਸ਼ੋਭਨੀਕ ਹਨ। ਜਿੱਥੇ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ। ਹੇ ਦੀਨਾ ਤੇ ਦਇਆ ਕਰਨ ਵਾਲੇ ਪ੍ਰਭੂ, ਜਦੋਂ ਅਸੀਂ ਤੇਰੀ ਸ਼ਰਨ ਵਿੱਚ ਆਉਂਦੇ ਹਾਂ, ਹੇ ਪਰਮੇਸ਼ਰ ਤੈਨੂੰ ਜਪ ਕੇ ਸਦਾ ਨਦਰੋ ਨਦਰ ਨਿਹਾਲ ਭਾਵ ਖੁਸ਼ੀਆਂ ਖੇੜੇ ਪ੍ਰਾਪਤ ਹੋ ਜਾਂਦੇ ਨੇ। ਉੱਥੇ ਆਰੰਭ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕਰ ਕਿਰਪਾ ਸੁਖ ਆਨੰਦ ਕਰੇ। ਜਿਨ੍ਹਾਂ ਤੇ ਮਾਲਕ ਕਿਰਪਾ ਕਰ ਦਿੰਦਾ ਉਹਨਾਂ ਦੀ ਅਵਸਥਾ ਸੁਖ ਆਨੰਦ ਵਾਲੀ ਬਣ ਜਾਂਦੀ ਹੈ। ਮਾਲਕ ਰਾਖ ਲਈਏ ਗੁਰਦੇਵ, ਉਸ ਗੁਰਦੇਵ ਪਿਤਾ ਨੇ ਆਪਣੇ ਇਹ ਸਿੱਖ ਰੂਪੀ ਜਗਿਆਸੂ ਰੂਪੀ ਭਗਤ ਰੂਪੀ ਬੱਚੇ ਰੱਖ ਲਏ ਭਾਵ ਬਚਾ ਲਏ, ਕਿਉਂਕਿ ਸਦਾ ਉਹ ਰਾਖੀ ਕਰਨ ਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਰੱਖੈ ਰਖਣਹਾਰ ਆਪ ਉਬਾਰੀਨ। ਉਹ ਸਦਾ ਬਚਾਉਂਦਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਆ ਦੁਨਿਆਵੀ ਤੌਰ ਤੇ ਸਵਾਦ ਦੀ ਚੁਟਕੀ ਰੱਖ ਨਹੀਂ ਹੈ, ਜਾਂ ਬੱਚੇ ਦੇ ਲੱਕ ਦਿਵਾਲੇ ਤੜਾਗੀ ਪਾ ਦੇਣੀ, ਇਹ ਰੱਖ ਨਹੀਂ ਹੈ।
ਸਾਹਿਬ ਕਹਿੰਦੇ ਰੱਖ ਤਾਂ ਉਹ ਹੈ ਜਿਹੜਾ ਮਾਂ ਦੇ ਪੇਟ ਵਿੱਚ ਜਿਸ ਪ੍ਰਮਾਤਮਾ ਨੇ ਤੇਰੀ ਰੱਖਿਆ ਕੀਤੀ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਮਾਤਾ ਦੇ ਪੇਟ ਵਿੱਚ ਕਿਹੜੀ ਸਵਾਹ ਦੀ ਪੁੜੀ ਜਾਂ ਕਿਹੜੀ ਤੜਾਗੀ ਸੀ ਜਿਹੜੀ ਰੱਖਿਆ ਕਰਦੀ ਸੀ? ਜਿਨਨੇ ਮਾਤਾ ਦੇ ਉਦਰ ਵਿੱਚ ਬੱਚੇ ਦੀ ਰਾਖੀ ਕੀਤੀ ਹੈ। ਆ ਕੋਈ ਤੜਾਗੀ ਪਾਉਣ ਦੀ ਲੋੜ ਨਹੀਂ, ਕੋਈ ਰੱਖ ਲਿਆਉਣ ਦੀ ਲੋੜ ਨਹੀਂ, ਉਹ ਸਾਡੇ ਬੱਚਿਆਂ ਦਾ ਰਾਖਾ ਹੈ। ਮੇਰਾ ਸਤਿਗੁਰ ਰਖਵਾਲਾ ਹੁਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ। ਸਾਹਿਬ ਕਹਿੰਦੇ ਮੇਰਾ ਪੁੱਤਰ ਮੇਰਾ ਬਾਲਕ ਨਵਾਂ ਨਰੋਆ, ਕਿਉਂਕਿ ਮਾਲਕ ਨੇ ਰੱਖ ਲਿਆ, ਮਾਲਕ ਨੇ ਕਿਰਪਾ ਕਰ ਦਿੱਤੀ। ਇਸ ਕਰਕੇ ਉਹ ਆਪਣੇ ਸਿੱਖ ਰੂਪੀ ਆਪਣੇ ਭਗਤ ਰੂਪੀ ਬੱਚਿਆਂ ਨੂੰ ਸਦਾ ਰੱਖਣ ਵਾਲਾ ਹੈ। ਕਿਰਪਾਲ ਦਇਆਲ ਗੋਬਿੰਦ, ਉਹ ਪ੍ਰਭੂ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਦਇਆ ਦਾ ਘਰ, ਕਿਰਪਾ ਦਾ ਮੁਜੱਸਮਾ ਹੈ। ਜੀ ਜੰਤ ਸਗਲੇ ਬਖਸ਼ਿੰਦ, ਉਹ ਸਾਰੇ ਜੀਵਾਂ ਤੇ ਆਪਣੀ ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ ਦਿੰਦਾ ਹੈ, ਮਾਫ ਕਰ ਦਿੰਦਾ ਹੈ। ਤੇ ਜਿਹਨੂੰ ਉਹ ਬਖਸ਼ ਦਿੰਦਾ ਹੈ ਫਿਰ ਉਹਦੇ ਗੁਨਾਹਾਂ ਦਾ ਲੇਖਾ ਕੌਣ ਕਰ ਸਕਦਾ ਹੈ? ਭਾਵ ਅਫਵਲ ਗੁਨਾਹ ਹੈ, ਉਹ ਸਾਡੇ ਗੁਨਾਹ ਮਾਫ ਕਰਨ ਵਾਲਾ ਹੈ। ਇਸੇ ਕਰਕੇ ਕਿਹਾ ਗਿਆ ਉਹ ਬਖਸ਼ੰਦ ਹੈ। ਤੇਰੀ ਸਰਣ ਪ੍ਰਭ ਦੀਨ ਦਇਆਲ, ਹੇ ਦਇਆ ਦੇ ਘਰ ਪ੍ਰਭੂ ਅਸੀਂ ਜੀਵ ਤੇਰੀ ਸ਼ਰਨ ਵਿੱਚ ਹਾਂ। ਪਾਰ ਬ੍ਰਹਮ ਜਪ ਸਦਾ ਨਿਹਾਲ, ਜਿਹੜੇ ਜੀਵ ਪਾਰ ਬ੍ਰਹਮ ਪਰਮੇਸ਼ਰ ਨੂੰ ਜਪਦੇ ਨੇ ਉਹ ਸਦਾ ਖੁਸ਼ੀਆਂ ਖੇੜੇ ਵਾਲੇ ਹੋ ਜਾਂਦੇ ਨੇ। ਨਿਹਾਲ, ਨਿਹਾਲ ਦਾ ਅਰਥ ਹੈ ਨਦਰੋਂ ਨਦਰ ਨਿਹਾਲ। ਤੇ ਜਦੋਂ ਆਪਾਂ ਜਕਾਰਾ ਲਾਉਂਦੇ ਆ ਨਾ, ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ। ਕੀ? ਸਤਿ ਸ੍ਰੀ ਅਕਾਲ। ਵੀ ਜਿਹੜਾ ਅਕਾਲ ਹੈ ਨਾ ਉਹ ਸਤ ਹੈ। ਸ੍ਰੀ ਆਪਾਂ ਸਨਮਾਨ ਵਜੋਂ ਲਾਉਂਦੇ, ਬਾਕੀ ਸਭ ਕੁਝ ਕਾਲ ਹੈ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਾਹਿਬ ਕਹਿੰਦੇ ਉਹ ਜਿਹੜਾ ਐੜਾ ਲਾ ਕੇ ਅਕਾਲ ਹੈ ਨਾ ਉਹ ਸਤ ਹੈ, ਬਾਕੀ ਸਤ ਨਹੀਂ ਹੈ। ਬਾਕੀ ਤਾਂ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਸਤ ਕੇਵਲ ਉਹ ਹੈ ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਉਹਨੂੰ ਬੋਲੇਗਾ, ਜਿਹੜਾ ਉਹਨੂੰ ਕਵੇਗਾ ਸਤ, ਬੋਲੇ ਸੋ ਨਿਹਾਲ। ਜਿਹੜਾ ਬੋਲੇਗਾ ਉਹ ਨਿਹਾਲ ਹੋ ਜਾਵੇਗਾ। ਕੀ ਬੋਲੇਗਾ? ਸਤ ਸ੍ਰੀ ਅਕਾਲ। ਤੇ ਕਈ ਸਤਿ ਸ੍ਰੀ ਅਕਾਲ ਹੀ ਕਹੀ ਜਾਂਦੇ, ਉੱਥੇ ਅਕਾਲ ਦੇ ਅੱਗੇ ਐੜਾ ਵੀ ਨਹੀਂ ਲਾਉਂਦੇ ਤੇ ਸਤ ਨੂੰ ਸਤਿ ਸ੍ਰੀ ਨਹੀਂ, ਸਤ ਸ੍ਰੀ ਅਕਾਲ। ਜਿਹੜਾ ਸ੍ਰੀ ਅਕਾਲ ਪੁਰਖ ਨੂੰ ਸਤ ਕਵੇਗਾ ਉਹ ਫਿਰ ਨਿਹਾਲ ਹੋਵੇਗਾ। ਤੇ ਵੇਖੋ ਜਪਜੀ ਸਾਹਿਬ ਦਾ ਵੀ ਇਹੀ ਭਾਵ ਹੈ ਨਾ। ਸਾਹਿਬ ਕਹਿੰਦੇ ਜਪ ਤੇ ਫਿਰ ਨਾਨਕ ਨਦਰੀ ਨਦਰ ਨਿਹਾਲ। ਜਪ ਤੋਂ ਸ਼ੁਰੂ ਕਰੋਗੇ ਤੇ ਫਿਰ ਨਦਰੀ ਨਦਰ ਨਿਹਾਲ ਤੱਕ ਪਹੁੰਚੋਗੇ। ਜੇ ਬੋਲੋਗੇ ਉਹਨੂੰ, ਜੇ ਉਹਨੂੰ ਜਪੋਗੇ ਤੇ ਫਿਰ ਨਿਹਾਲ ਹੋਵੋਗੇ। ਤੇ ਗਰੀਬ ਨਵਾਜ ਨੇ ਕਿਰਪਾ ਕੀਤੀ ਵੀ ਜਦੋਂ ਦੋ ਸਿੱਖ ਆਪਸ ਵਿੱਚ ਮਿਲਣ ਤੇ ਇਹ ਨਹੀਂ ਕਿਹਾ ਵੀ ਭਾਈ ਸਾਡਾ ਨਾਮ ਲੈਣਾ ਜਾਂ ਸਾਡੀਆਂ ਧਰਮ ਪਤਨੀਆਂ ਦਾ ਨਾਮ ਲੈਣਾ। ਜਿਵੇਂ ਸਨਾਤਨੀ ਮੱਤ ਵਾਲੇ ਜਦੋਂ ਮਿਲਦੇ ਨੇ ਉਹ ਰਾਧੇ ਸ਼ਾਮ ਸੀਤਾ ਰਾਮ ਕਹਿੰਦੇ ਨੇ ਨਾ, ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਸਾਡਾ ਜਾਂ ਸਾਡੀਆਂ ਪਤਨੀਆਂ ਦਾ ਨਾਮ ਲਿਓ। ਸਾਹਿਬ ਕਹਿੰਦੇ ਜਦੋਂ ਮਿਲਣਾ ਉਦੋਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਨਿਰਾਲਾ ਭਾਨਾ ਹੈ ਨਾ ਵੀ ਆਪਣੇ ਨਾਲ ਨਹੀਂ ਜੋੜਿਆ, ਪਰਮੇਸ਼ਰ ਨਾਲ ਜੋੜ ਦਿੱਤਾ ਵੀ ਵਾਹਿਗੁਰੂ ਦਾ ਹੀ ਇਹ ਖਾਲਸਾ ਹੈ ਤੇ ਵਾਹਿਗੁਰੂ ਜੀ ਕੀ ਫਤਿਹ ਹੈ। ਉਹੀ ਉਹ ਫਤਿਹ ਬਖਸ਼ਿਸ਼ ਕਰਨ ਵਾਲਾ ਹੈ। ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੋੜ ਦਿੱਤਾ ਤੇ ਸਾਨੂੰ ਸਿੱਖਿਆ ਦਿੱਤੀ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਨੋ। ਪ੍ਰਾਨੀ ਪਰਮ ਪੁਰਖ ਪਗ ਲਾਗੋ। ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ। ਸਾਹਿਬ ਕਹਿੰਦੇ ਜਦੋਂ ਜੁੜੋਗੇ ਨਾ ਤੇ ਫਿਰ ਨਦਰੋਂ ਨਦਰ ਨਿਹਾਲ, ਖੁਸ਼ੀਆਂ ਖੇੜੇ ਵਾਲੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਹੋ ਜਾਵੇਗੀ। ਰਹਾਉ ਪ੍ਰਭ ਦਇਆਲ ਦੂਸਰ ਕੋਈ ਨਾਹੀ। ਹੁਣ ਪ੍ਰਭੂ ਵਰਗਾ ਦਿਆਲੂ ਕੋਈ ਦੂਜਾ ਨਹੀਂ ਹੈ। ਇਸ ਕਰਕੇ ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸਮਸਰ। ਵੀ ਜੇ ਦੂਜਾ ਹੋਵੇ ਤੇ ਤੈਨੂੰ ਛੱਡ ਕੇ ਚਲੇ ਜਾਈਏ, ਪਰ ਤੇਰਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਨਾ ਅੱਜ ਤੱਕ ਤੇਰੇ ਵਰਗਾ ਕੋਈ ਹੋਇਆ ਤੇ ਨਾ ਹੋਣਾ। ਸਾਹਿਬ ਕਹਿੰਦੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਭਟਕ ਕੇ ਫਿਰ ਕੇ ਵੇਖ ਲਵੋ, ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ
ਨਾ ਕੋ ਹੋਏ। ਉਹਦੇ ਵਰਗਾ ਅੱਜ ਤੱਕ ਦੂਜਾ ਨਹੀਂ, ਕਿਉਂਕਿ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਇੱਕ ਹੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇੱਕ ਤੋਂ ਸ਼ੁਰੂ ਹੁੰਦੀ ਤੇ ਫਿਰ ਸਭ ਨਾਨਕ ਬ੍ਰਹਮ ਪਸਾਰੋ, ਪਸਾਰਾ ਸਾਰਾ ਉਹਦਾ ਹੀ ਆ, ਪਰ ਹੈ ਉਹ ਇੱਕ। ਤੇ ਉਸ ਇੱਕ ਨਾਲ ਜੁੜਨਾ ਹੈ। ਸਾਹਿਬ ਕਹਿੰਦੇ ਜਦੋਂ ਇੱਕ ਨਾਲ ਜੁੜੋਗੇ ਘਟ ਘਟ ਅੰਤਰ ਸਰਬ ਸਮਾਹੀ। ਫਿਰ ਸਮਝ ਆਵੇਗੀ ਕਿ ਉਹ ਇੱਕ ਹੀ ਹਰ ਹਿਰਦੇ ਵਿੱਚ ਹਰ ਥਾਂ ਤੇ ਰਮਿਆ ਹੋਇਆ, ਸਮਾਇਆ ਹੋਇਆ ਹੈ। ਆਪਣੇ ਦਾਸ ਕਾ ਹਾਲਤ ਪਾਲਤ ਸਵਾਰੈ। ਉਹ ਆਪਣੇ ਸੇਵਕਾਂ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ। ਇੱਕ ਹੋ ਕੇ ਵਿਆਪਕ ਕਿਵੇਂ ਆ? ਜਿਵੇਂ ਹੁਣ ਆਕਾਸ਼ ਆਪਾਂ ਵੇਖਦੇ ਹਾਂ ਇੱਕ ਆ ਨਾ, ਤੇ ਆਕਾਸ਼ ਦੇ ਥੱਲੇ ਆਪਾਂ 100 ਘੜੇ ਰੱਖ ਦਈਏ, ਘੜੇ 100 ਹੋ ਸਕਦੇ ਨੇ। 100 ਘੜਿਆਂ ਵਿੱਚ ਇੱਕੋ ਸਮੇਂ ਇੱਕੋ ਆਕਾਸ਼ ਵੇਖਿਆ ਜਾ ਸਕਦਾ ਹੈ, ਪਰ 100 ਘੜਿਆਂ ਵਿੱਚ 100 ਆਕਾਸ਼ ਨਹੀਂ ਹੈ। ਤੇ ਘੜਾ ਤੋੜ ਦਈਏ ਤੇ ਘੜਾ ਟੁੱਟ ਜਾਵੇਗਾ, ਆਕਾਸ਼ ਥੋੜਾ ਟੁੱਟਣਾ ਹੈ। ਆ ਸਾਡੇ ਸਰੀਰ ਰੂਪੀ ਘੜੇ ਟੁੱਟ ਜਾਣੇ ਨੇ, ਪਰ ਸਾਹਿਬ ਕਹਿੰਦੇ ਇਹਨਾਂ ਸਾਰਿਆਂ ਸਰੀਰ ਰੂਪੀ ਘਟਾਂ ਦੇ ਵਿੱਚ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸੈਸ ਘਟਾ ਮੈਂ ਏਕ ਆਕਾਸ਼। ਜਿਵੇਂ ਆਕਾਸ਼ ਇੱਕੋ ਹੀ ਹੈ, ਪਰ ਸੈਂਕੜੇ ਘੜਿਆਂ ਵਿੱਚ ਪਾਣੀ ਪਾ ਕੇ ਰੱਖ ਦਿਓ ਤੇ ਜਿਸ ਘੜੇ ਵਿੱਚ ਮਿੱਟੀ ਪਾ ਦਿਓਗੇ ਗੰਦਾ ਹੋ ਜਾਏਗਾ ਪਾਣੀ, ਉਹਦੇ ਵਿੱਚੋਂ ਨਹੀਂ ਆਕਾਸ਼ ਦਿਸਣਾ। ਜਿਹੜੇ ਸਰੀਰ ਰੂਪੀ ਘੜੇ ਅੰਦਰੋਂ ਮੈਲੇ ਹੋ ਗਏ ਉਹਨਾਂ ਵਿੱਚ ਰੱਬ ਰੂਪੀ ਆਕਾਸ਼ ਨਹੀਂ ਦਿਸੇਗਾ। ਤੇ ਜੇ ਘੜੇ ਨੂੰ ਤੁਸੀਂ ਹਿਲਾ ਦਿਓ, ਪਾਣੀ ਹਿੱਲੀ ਜਾਵੇਗਾ, ਫਿਰ ਵੀ ਆਕਾਸ਼ ਨਹੀਂ ਦਿਸਣਾ। ਘੜਾ ਟਿਕਿਆ ਹੋਣਾ ਚਾਹੀਦਾ। ਤੇ ਸੈਂਕੜੇ ਘੜਿਆਂ ਵਿੱਚ ਇੱਕੋ ਸਮੇਂ ਇੱਕ ਆਕਾਸ਼ ਵੇਖ ਸਕਦੇ ਹਾਂ। ਤੇ ਸਾਹਿਬ ਕਹਿੰਦੇ ਘਟ ਫੁੱਟੈ ਤੇ ਉਹੀ ਪ੍ਰਗਾਸ। ਘੜੇ ਫੁੱਟ ਜਾਣ, ਟੁੱਟ ਜਾਣ, ਪਰ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਉਹ ਸਾਰਿਆਂ ਵਿੱਚ ਵਿਆਪਕ, ਪਰ ਘੜਿਆਂ ਦੇ ਟੁੱਟਣ ਨਾਲ ਉਹ ਟੁੱਟਦਾ ਨਹੀਂ ਹੈ, ਉਹ ਇੱਕ ਹੈ। ਇਸੇ ਕਰਕੇ ਉਹਨੂੰ ਮਤਲਬ ਕਿਹਾ ਗਿਆ ਕਿ ਉਹ ਸਾਰਾ ਕੁਝ ਸੰਸਾਰ ਵਿੱਚ ਬਣਾਉਣ ਵਾਲਾ ਹੈ, ਭੰਨਣ ਵਾਲਾ ਹੈ, ਪਰ ਆਪ ਅਬਨਾਸ਼ੀ ਹੈ। ਤੇ ਜਦੋਂ ਉਹ ਆਪਣੇ ਸੇਵਕ ਦਾ ਹਲਤ ਤੇ ਪਲਤ ਲੋਕ ਤੇ ਪਰਲੋਕ ਸਵਾਰ ਦਿੰਦਾ ਹੈ। ਪਤਿਤ ਪਾਵਨ ਪ੍ਰਭ ਬਿਰਦ ਤੁਮਾਰੈ। ਹੇ ਪ੍ਰਭੂ ਤੁਹਾਡੇ ਪਤਿਤ ਪਾਵਨ ਵਾਲੇ ਬਿਰਦ ਨਾਲ, ਭਾਵ ਜਿਹੜੇ ਜੀਵ ਵਿਕਾਰਾਂ ਵਿੱਚ ਡਿੱਗੇ ਹੋਏ ਨੇ, ਪਤਿਤ ਨੇ, ਤੁਸੀਂ ਉਹਨਾਂ ਨੂੰ ਪਾਵਨ ਕਰਨ ਵਾਲੇ ਹੋ ਤੁਹਾਡੇ ਇਸ ਬਿਰਦ ਦੁਆਰਾ। ਔਖਦ ਕੋਟ ਸਿਮਰ ਗੋਬਿੰਦ। ਉਹਨਾਂ ਦਾ ਜਿੱਥੇ ਲੋਕ ਪਰਲੋਕ ਸਵਾਰਿਆ ਜਾਂਦਾ ਹੈ, ਉੱਥੇ ਜਿਹੜੇ ਆਤਮਿਕ ਰੋਗ ਨੇ ਨਾ, ਹੇ ਪ੍ਰਭੂ ਤੁਹਾਡਾ ਸਿਮਰਨ, ਮਾਨੋ ਕਰੋੜਾਂ ਉਹ ਰੋਗ ਜਿਹੜੇ ਤੁਹਾਡੇ ਤੋਂ ਵਿਛੜ ਕੇ ਲੱਗੇ ਸਨ, ਉਹਨਾਂ ਨੂੰ ਦੂਰ ਕਰਨ ਲਈ ਔਸ਼ਧੀ ਹੈ, ਦਵਾਈ ਹੈ। ਸਰੀਰਕ ਤੌਰ ਤੇ ਰੋਗ ਲੱਗੇ ਤੇ ਸਿਆਣਾ ਉਹੀ ਹੈ ਨਾ ਜਿਹੜਾ ਸਿਆਣੇ ਡਾਕਟਰ ਕੋਲ ਜਾਏ ਤੇ ਚੰਗੇ ਹਸਪਤਾਲ ਵਿੱਚ ਆਪਣੀ ਸਾਰੀ ਚੈੱਕਅਪ ਕਰਾਏ। ਪਰ ਆ ਝੋਲਾ ਛਾਪ ਨੀਮ ਹਕੀਮ ਖਤਰਾ ਜਾਨ ਵੀ ਬੈਠੇ ਨੇ ਨਾ, ਸਿਆਣਾ ਬੰਦਾ ਇਹਨਾਂ ਕੋਲ ਨਹੀਂ ਜਾਂਦਾ। ਸਰੀਰਕ ਤੌਰ ਤੇ ਰੋਗ ਲੱਗੇ ਤੇ ਚੰਗੇ ਹਸਪਤਾਲ ਵਿੱਚ ਦਾਖਲ ਹੋ ਕੇ ਚੰਗੇ ਡਾਕਟਰ ਦੀ ਸਲਾਹ ਲੈਂਦਾ। ਇਸੇ ਤਰ੍ਹਾਂ ਜਦੋਂ ਆਤਮਿਕ ਰੋਗ ਲੱਗਣ ਤੇ ਆ ਪਖੰਡੀਆਂ ਕੋਲ ਨਹੀਂ ਜਾਣਾ, ਉਦੋਂ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਉਦੋਂ ਫਿਰ ਨਾਮ ਦੀ ਔਸ਼ਧੀ ਨਾਲ ਸਾਡੇ ਆਤਮਿਕ ਰੋਗ ਜਿਹੜੇ ਨੇ ਉਹ ਦੂਰ ਹੁੰਦੇ ਹਨ। ਤੰਤ ਮੰਤ ਭਜੀਐ ਭਗਵੰਤ। ਪਰਮੇਸ਼ਰ ਨੂੰ ਸਿਮਰਨਾ ਹੀ ਸਭ ਤੋਂ ਵੱਡਾ ਤੰਤਰ ਮੰਤ ਹੈ। ਕਿਸੇ ਹੋਰ ਜਾਦੂ ਟੂਣੇ ਤੰਤਰ ਮੰਤਰ ਵੱਲ ਨਹੀਂ ਤੁਰਨਾ। ਰੋਗ ਸੋਗ ਮੇਟੇ ਪ੍ਰਭ ਧਿਆਏ। ਪ੍ਰਭੂ ਨੂੰ ਧਿਆਉਣ ਨਾਲ ਸਾਰੇ ਰੋਗ ਤੇ ਉਹਨਾਂ ਤੋਂ ਲੱਗਣ ਵਾਲੇ ਜਿਹੜੇ ਸੋਗ ਨੇ ਉਹ ਖਤਮ ਹੋ ਜਾਂਦੇ ਨੇ। ਭਾਵ ਜਾਂਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ। ਗੌਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ। ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਫਿਰ ਕਹਿੰਦੇ ਅੰਦਰ ਨੂੰ ਠੰਡ ਪੈਂਦੀ ਆ, ਅੰਦਰ ਸੀਤਲ ਹੋ ਜਾਂਦਾ। ਮਨ ਬਾਂਛਤ ਪੂਰਨ ਫਲ ਪਾਏ। ਐਸੇ ਜੀਵ ਫਿਰ ਮਨ ਇਸ਼ਦ ਫਲ ਜਿਹੜੇ ਨੇ ਉਹ ਪ੍ਰਾਪਤ ਕਰ ਲੈਂਦੇ ਹਨ। ਕਰਨ ਕਾਰਨ ਸਮਰੱਥ ਦਇਆਰ। ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ ਜਿੱਥੇ ਸਮਰੱਥ ਹੈ, ਦਿਆਲੂ ਹੈ, ਉੱਥੇ ਸਭ ਕੁਝ ਕਰਨ ਤੇ ਕਰਾਉਣ ਦੀ ਉਹ ਸਮਰੱਥਾ ਰੱਖਦਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ। ਦੁਨਿਆਵੀ ਤੌਰ ਤੇ ਜਦੋਂ ਕੋਈ ਕਾਰਜ ਹੋਂਦ ਵਿੱਚ ਆਉਂਦਾ ਨਾ, ਉਹਦੇ ਪਿੱਛੇ ਘੱਟੋ ਘੱਟ 3 ਕਾਰਨ ਹੁੰਦੇ ਨੇ। ਜਿਵੇਂ ਇੱਕ ਘੜਾ ਹੀ ਹੈ,
ਉਹ ਹੋਂਦ ਵਿੱਚ ਲਿਆਉਣਾ ਹੋਵੇ ਤੇ ਤਿੰਨ ਕਾਰਨ। ਸਭ ਤੋਂ ਪਹਿਲਾਂ ਮਟੀਰੀਅਲ ਕੌਜ, ਮਾਦਾ ਕਾਰਨ ਜਿਹੜਾ ਮਿੱਟੀ ਹੋਣੀ ਚਾਹੀਦੀ ਹੈ, ਵੀ ਜੇ ਮਿੱਟੀ ਨਹੀਂ ਹੈ ਤੇ ਭਾਂਡਾ ਕਿਵੇਂ ਬਣੇਗਾ। ਦੂਸਰਾ ਹੈ ਜਿਹੜਾ ਘੁਮਿਆਰ ਭਾਂਡੇ ਨੂੰ ਬਣਾਉਂਦਾ ਹੈ, ਤੇ ਤੀਸਰਾ ਜਿਸ ਆਵੇ ਵਿੱਚ ਉਸ ਭਾਂਡੇ ਨੇ ਪੱਕਣਾ ਹੈ। ਭਾਵ ਸਾਧਨ ਕਾਰਨ ਤੇ ਸਹਾਇਕ ਕਾਰਨ, ਤਿੰਨ ਕਾਰਨ ਹੋਣ ਤੇ ਫਿਰ ਘੜਾ ਰੂਪੀ ਕਾਰਜ ਹੋਂਦ ਵਿੱਚ ਆਉਂਦਾ ਹੈ। ਤੇ ਜਦੋਂ ਸੰਸਾਰ ਦੇ ਕਾਰਜ ਦੀ ਗੱਲ ਕੀਤੀ, ਕਿਹਾ ਵੀ ਘੁਮਿਆਰ ਵੀ ਆਪ ਹੈ, ਉਹ ਚੱਕ ਵੀ ਆਪ ਹੈ, ਤੇ ਆਵਾ ਵੀ ਆਪ ਹੈ, ਮਿੱਟੀ ਵੀ ਆਪ ਹੀ ਹੈ। ਭਾਵ ਉਹ ਕਰਨ ਕਾਰਨ ਪ੍ਰਭ ਏਕ ਹੈ, ਉਹਨੇ ਸਾਰਾ ਕੁਝ ਸਾਜਿਆ ਹੋਇਆ। ਭਾਵ ਉਹ ਸਭ ਕੁਝ ਆਪ ਹੀ ਆਪ ਹੈ ਤੇ ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਸਰਬ ਨਿਧਾਨ ਮਹਾ ਵਿਚਾਰ, ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਅਸਲ ਵਿੱਚ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੈ। ਨਾਨਕ ਬਖਸ਼ ਲੀਏ ਪ੍ਰਭੇ ਆਪ। हे ਨਾਨਕ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬਖਸ਼ ਲਿਆ ਹੈ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਹੈ, ਸਦਾ 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 ਏਕੋ ਹਰ ਜਾਪ। ਇਸ ਲਈ ਹਮੇਸ਼ਾ ਭਾਈ ਸਦਾ ਹੀ ਉਸ ਇੱਕ ਪ੍ਰਭੂ ਨੂੰ ਜਪ, ਕਿਉਂਕਿ ਉਹ ਪ੍ਰਭੂ ਆਪ ਹੀ ਕਰਨ ਕਾਰਨ ਸਮਰੱਥ ਹੈ। ਉਹਦੀ ਵਿਚਾਰ ਹੀ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੈ। ਤੇ ਜਦੋਂ ਉਹ ਮਾਲਕ ਕਿਰਪਾ ਕਰਦਾ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ, ਜਿਨ੍ਹਾਂ ਨੂੰ ਆਪ ਬਖਸ਼ ਦਿੰਦਾ, ਭਾਵ ਫਿਰ ਉਹ ਜੀਵ ਸਦਾ ਇੱਕ ਪ੍ਰਭੂ ਨੂੰ ਜਪਦੇ ਰਹਿੰਦੇ ਨੇ, ਇੱਕ ਤੋਂ ਬੇਮੁਖ ਹੋ ਕੇ ਕਦੇ ਉਹ ਇੱਧਰ ਉੱਧਰ ਨਹੀਂ ਭਟਕਦੇ। ਸਤਿਗੁਰੂ ਕਿਰਪਾ ਕਰਨ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਕਰਨ ਕਾਰਨ ਸਮਰੱਥ ਦਇਆਰ, ਸਰਬ ਨਿਧਾਨ ਮਹਾ ਵਿਚਾਰ। ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।